रेडियो इंडिया खियापी 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਤ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 10 ਮਾਰਚ 2022 ਤੇ ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਆਪ ਸਭ ਦਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਤੇ ਪ੍ਰੋਗਰਾਮ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਆਪ ਸਭ ਲਈ ਪੇਸ਼ ਕੀਤਾ ਜਾਂਦਾ ਹੈ। इस प्रोग्राम दे विच असीं गलबात करदे हुन्ने अपने आले दुआले वापरदियां घटनावां बारे। सब तो पहला स्वागत करदे डॉक्टर शिंदर पुरेवाल दा। डॉक्टर साहब प्रोग्राम च तुहाडा स्वागत है जी। गुड मॉर्निंग। गुड मॉर्निंग जी। खबरां दी शुरुआत अज आपां करदे हां मास्क मैंडेट्स तो। कैनेडा विच हुण इह लिफ्ट कीते जा रहे आ। कई प्रोविंसेस दे विच काफी हद तक लिफ्ट हो भी चुके आ, पर इस ते भी लोग वंडे होए आ। इस खबर बारे दसो। एक ਤਾਂ ਸਾਡਾ ਬਹੁਤ ਵੱਡਾ ਹਿੱਸਾ ਜਿਹੜਾ ਲੋਕਾਂ ਦਾ ਉਹ ਇਸ ਗੱਲ ਤੋਂ ਦੁਖੀ ਹੋਇਆ ਪਿਆ ਕਿ 3 ਸਾਲ ਹੋ ਗਏ ਸਾਨੂੰ ਪੈਂਡੈਮਿਕ ਆਇਆ, ਅੰਦਰ ਬੈਠੇ ਆ। ਮਾਸਕ ਉਹਨਾਂ ਦੇ ਵਿੱਚੋਂ ਇੱਕ ਚੀਜ਼ ਹੈ। ਸਾਨੂੰ ਕਹਿੰਦੇ ਸੀ ਵੀ ਸੋਸ਼ਲ ਡਿਸਟੈਂਸ ਰੱਖੋ, 6 ਫੁੱਟ ਪਰੇ ਬੈਠੋ। ਮੈਂ ਇੱਕ ਪਰਿਵਾਰ ਨੂੰ ਜਾਣਦਾ, ਬਾਈ ਜੀ ਉਹਨਾਂ ਦਾ ਐਬਸਫੋਰਡ ਘਰ ਹੈ। ਉਹ ਸ਼ਰਾਬ ਪੀਣ ਵੀ ਜਦੋਂ ਇਕੱਠੇ ਬੈਠਦੇ ਸੀ ਗਰਾਜ ਦੇ ਵਿੱਚ 6-6 ਫੁੱਟ ਤੇ ਉਹਨਾਂ ਨੇ ਰੱਖੀਆਂ ਆਪਣੀਆਂ ਕੁਰਸੀਆਂ। ਮੈਂ ਕਿਹਾ ਚਲੋ ਕਮ ਸੇ ਕਮ ਤੁਸੀਂ ਇੱਕ ਗੱਲ ਦਾ ਤਾਂ ਕੰਮ ਪ੍ਰੋਟੋਕਾਲ ਮੰਨਦੇ ਹਨ। ਉਹ ਕਹਿੰਦੇ ਕਿ ਅਸੀਂ ਪੈਂਡੈਮਿਕ ਦੇ ਵਿੱਚ ਵੀ ਬੈਠਣਾ ਨਹੀਂ ਛੱਡਿਆ, ਮਾਸਕ ਪਾ ਕੇ ਚੇਅਰਸ ਤੇ ਬੈਠ ਕੇ 6-6 ਫੁੱਟ ਦਾ ਫਾਸਲਾ ਰੱਖ ਕੇ ਉਹ ਸਾਰੀਆਂ ਗੱਲਾਂ ਅਸੀਂ ਫਾਲੋ ਕੀਤੀਆਂ। ਪਰ ਡਿਪਰੈਸ਼ਨ 'ਚ ਅਸੀਂ ਤਾਂ ਨਹੀਂ ਗਏ ਕਿਉਂਕਿ ਅਸੀਂ ਤਾਂ ਬੈਠਦੇ ਸੀ, ਹਫ਼ਤੇ 'ਚ 1-2 ਵਾਰ ਜ਼ਰੂਰ ਬੈਠਦੇ ਸੀ। ਸੋ ਕੋਈ ਸ਼ਾਇਦ ਇਦਾਂ ਦੇ ਬੰਦੇ ਹੋਣੇ ਜਿਹੜੇ ਮਾਸਕ ਦਾ ਪ੍ਰੋਟੋਕਾਲ ਇਸ ਤਰ੍ਹਾਂ ਫਾਲੋ ਕਰ ਸਕਦੇ ਸੀ। ਪਰ ਲੋਕਾਂ ਨੇ ਮਾਸਕ ਨੂੰ ਵੀ ਹੁਣ ਇਹ ਇੱਕ ਜ਼ਰੂਰੀ ਗੱਲ ਹੋ ਗਈ ਸੀ। ਤੁਸੀਂ ਮਾੜਾ ਜਿਹਾ ਸਟੋਰ 'ਚ ਵੜਨਾ ਹੈ, ਹੋ ਸਕਦਾ 1 ਮਿੰਟ ਹੀ ਰਹਿਣਾ ਹੋਵੇ, ਉਹ ਵੀ ਪਹਿਲਾਂ ਮਾਸਕ ਪਾ ਕੇ ਜਾਓ। ਕਈ ਵਾਰ ਹੁਣ ਬਹੁਤਿਆਂ ਬੰਦਿਆਂ ਨੇ ਤਾਂ ਕਾਰ ਦੇ ਵਿੱਚ ਹੀ ਰੱਖਿਆ ਸੀ ਕਿ ਜੇ ਇੱਕ ਲੋੜ ਪਵੇ। ਜੇ ਨਹੀਂ ਰੱਖਿਆ ਹੈ ਤੁਸੀਂ ਤੇ ਆਲ ਆਫ ਸਡਨ ਤੁਸੀਂ ਖੜੇ ਹੁੰਨੇ ਆ ਕਿ ਚੱਲ ਜਾਂਦਾ ਜਾਂਦਾ ਦੁੱਧ ਹੀ ਲੈ ਜਾਵਾਂ, ਫੇਰ ਚੇਤਾ ਆਉਂਦਾ ਇਹਦੇ ਵਿੱਚ ਤਾਂ ਮਾਸਕ ਹੀ ਕੋਈ ਨਹੀਂ। ਫੇਰ ਬੰਦਾ ਫੇਰ ਘਰ ਜਾਂਦਾ, ਫੇਰ ਲੈ ਕੇ ਆਉਂਦਾ। ਉਹਨਾਂ ਲੋਕਾਂ ਲਈ ਉਹ ਦਿੱਕਤਾਂ ਵੀ ਆ। ਹਾਂਜੀ। ਸੋ ਲੋਕੀ ਇਹ ਸੋਚਦੇ ਸੀ ਕਿ ਬਾਕੀ ਚੀਜ਼ਾਂ ਦੇ ਨਾਲ ਜਿਹੜਾ ਮਾਸਕ ਪਾਉਣਾ ਇਹ ਦਿੱਕਤ ਪੈਦਾ ਕਰਦਾ ਹੈ। ਕਈਆਂ ਬੰਦਿਆਂ ਨੂੰ ਤਾਂ ਚਲੋ ਬਿਮਾਰੀ ਆ, ਉਹ ਬੰਦੇ ਸਾਹ ਨਹੀਂ ਠੀਕ ਲੈ ਸਕਦੇ ਜੇ ਤੁਸੀਂ ਮਾਸਕ ਪਾਇਆ ਆ। ਕਈਆਂ ਬੱਚਿਆਂ ਨੂੰ ਮਾਫ ਕੀਤਾ ਜਾਂਦਾ, ਕਈਆਂ ਨੂੰ ਜਿਨ੍ਹਾਂ ਨੂੰ ਕੋਈ ਫੇਫੜਿਆਂ ਦੀ ਬਿਮਾਰੀ ਆ ਉਹਨਾਂ ਲਈ ਇਹ ਮੁਸ਼ਕਲ ਹੁੰਦਾ ਹੈ। ਔਰ ਵੈਸੇ ਉਹ ਗੱਲ ਕਰਦੇ ਹੈ ਕਿ ਐਪੀਡੀਮੀਓਲੋਜਿਸਟ ਕਹਿੰਦੇ ਕਿ ਇਹਦਾ ਉੱਦਾਂ ਫਾਇਦਾ ਹੈ ਜੇ ਤੁਸੀਂ ਵੈਸੇ ਮਾਸਕ ਪਾਉਂਦੇ ਆ। ਹੁਣ ਮਾਸਕ ਪਾਉਂਦੇ ਸੀ ਤੁਸੀਂ ਦੇਖਿਆ ਹੁਣ 1919 ਤੇ 1920 ਦੇ ਅੰਕੜੇ ਦੇਖਦੇ ਆ ਜੇ ਫਲੂ ਬਹੁਤ ਘੱਟ ਹੋਇਆ ਲੋਕਾਂ ਨੂੰ ਜੀ। ਇਹ ਚਲੋ ਪੈਂਡੈਮਿਕ ਦੇ ਤੌਰ ਤੇ ਤਾਂ ਅਸੀਂ ਕਰੋਨਾ ਦਾ ਕਰਕੇ ਪਾਉਂਦੇ ਸੀ, ਪਰ ਉਹਨਾਂ ਦਿਨਾਂ ਦੇ ਵਿੱਚ ਮਾਸਕ ਪਾਉਣ ਦਾ ਇਹ ਫਾਇਦਾ ਹੋਇਆ ਕਿ ਫਲੂ ਘਟ ਗਿਆ। ਸੋ ਉਹ ਲੋਕ ਜਿਹੜੇ ਹਜੇ ਵੀ ਹੈਲਥ ਦੀਆਂ ਗਾਈਡਲਾਈਨਸ ਫਾਲੋ ਕਰਦੇ ਆ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਦੂਸਰੇ ਲੋਕਾਂ ਨੇ ਸਾਨੂੰ ਪੈਂਡੈਮਿਕ ਦੇ ਦੇਣਾ, ਕੋਈ ਕਰੋਨਾ ਵਾਇਰਸ ਦੇ ਦੇਣਾ, ਉਹ ਚਾਹਣਗੇ ਕਿ ਜਿਹੜੇ ਲੋਕੀ ਛਿੱਕਾਂ ਮਾਰਦੇ ਫਿਰਦੇ ਆ, ਜਿਹੜੇ ਲੋਕੀ ਵਾਇਰਸ ਫੈਲਾਉਂਦੇ ਫਿਰਦੇ ਆ, ਉਹ ਮਾਸਕ ਪਾ ਕੇ ਰੱਖਣ। ਇਹ ਇੱਕ ਚੇਤਨਤਾ ਦੀ ਵੀ ਗੱਲ ਹੈਗੀ ਹੈ। ਹੁਣ ਨਾਰਮਲ ਈਅਰ ਦੇ ਵਿੱਚ ਇੱਕ ਇਹ ਫਲੂ ਅੱਜ ਦਾ ਨਹੀਂ ਆ, ਫਲੂ ਹਰੇਕ ਸਾਲ ਹੀ ਹੁੰਦਾ ਸੀ ਲੋਕਾਂ ਨੂੰ। ਹਾਂਜੀ। ਫਲੂ ਸੀਜ਼ਨ ਆਉਂਦਾ ਹੈ। 1 ਲੱਖ ਦੀ ਆਬਾਦੀ ਦੇ ਵਿੱਚ ਕੈਨੇਡਾ ਦੇ ਵਿੱਚ 1 ਲੱਖ ਪਿੱਛੇ ਕੋਈ 17 ਬੰਦਿਆਂ ਦੀ ਡੈਥ ਹੁੰਦੀ ਹੈ 1 ਲੱਖ ਦੇ ਪਿੱਛੇ। ਇਹ ਨਾਰਮਲ ਰੇਟ ਮੰਨਿਆ ਜਾਂਦਾ ਸੀ ਕੈਨੇਡਾ ਦੇ ਵਿੱਚ। ਕਈ ਵਾਰੀ ਵੱਧ ਵੀ ਹੋ ਜਾਂਦੀ ਸੀ, ਕਈ ਵਾਰੀ ਥੋੜੀ ਜਿਹੀ ਇੱਕ ਘਟ ਵੀ ਜਾਂਦਾ ਸੀ, ਇੱਕ ਵੱਧ ਜਾਂਦਾ ਸੀ ਇਹ। ਪਰ 1919 ਤੇ 1920 ਦੇ ਵਿੱਚ ਕਿਉਂਕਿ ਲੋਕਾਂ ਨੇ ਮਾਸਕ ਪਾਇਆ ਸੀ ਉਹ ਰੇਟ ਘਟ ਗਿਆ। ਇੱਕ ਤਾਂ ਡੈਥ ਘਟ ਗਈ, ਦੂਸਰਾ ਵੈਸੇ ਵੀ ਜਿਹੜੇ ਲੋਕੀ ਕੰਮ ਤੇ ਜਾਂਦੇ ਸੀ ਉਹਨਾਂ ਨੂੰ ਜਿਹੜੀ ਫਲੂ ਵਾਇਰਸ ਕਰਕੇ ਕਈ ਦੀ ਛੁੱਟੀਆਂ ਕਰਦੇ ਸੀ, ਕਈ ਦੀ ਫਲੂ ਹੋ ਜਾਂਦਾ। ਸਵੇਰ ਨੂੰ ਤੁਸੀਂ ਫੋਨ ਕਰਦੇ ਆ, ਕਈ ਤਾਂ ਬੰਦੇ ਜਾਣ ਕੇ ਵੀ ਕਰਦੇ ਆ ਮੇਰੇ ਤੋਂ ਨਹੀਂ ਹੋਣਾ। ਉਹ ਪਖੰਡਬਾਜ਼ੀ ਹੁੰਦੀ ਸੀ ਵੀ ਮੈਨੂੰ ਫਲੂ ਹੋ ਗਿਆ ਅੱਜ। ਤੇ ਪਰ ਜਿਨ੍ਹਾਂ ਨੇ ਮਾਸਕ ਪਾਇਆ ਆ ਉਹਨਾਂ ਨੂੰ ਇਹ ਚਲੋ ਕਰੋਨਾ ਤੋਂ ਤਾਂ ਉਹ ਬਚੇ ਆ,
ਪਰ ਨਾਲ ਦੀ ਨਾਲ ਉਹਨਾਂ ਤੇ ਇਹ ਬਚਣ ਦੀ ਵੀ ਆਸ ਹੈ ਕਿ ਫਲੂ ਨਹੀਂ ਹੁੰਦਾ ਉਹਨਾਂ ਨੂੰ। ਹੋਰ ਵੀ ਬਿਮਾਰੀਆਂ ਜਿਹੜੀਆਂ ਸਾਡੇ ਵਾਇਰਸ ਆਉਂਦੀਆਂ ਆ, ਖਾਸ ਤੌਰ ਤੇ ਤੁਸੀਂ ਜੇ ਚੰਗਾ ਮਾਸਕ ਪਹਿਨਿਆ ਹੈ, ਜੇ ਕਈ ਤਾਂ ਮਾਸਕ ਵੀ ਉਦਾਂ ਦੀ ਹੈ, ਕਈਆਂ ਦੇ ਮੈਂ ਦੇਖਿਆ ਤੁਸੀਂ ਮਾਸਕ ਪਾਇਆ ਹੁੰਦਾ ਉਹਨਾਂ ਨੇ ਫੈਸ਼ਨ ਦੇ ਤੌਰ ਤੇ ਪਾਇਆ ਹੁੰਦਾ, ਉਹਨਾਂ ਦੇ ਨੱਕ ਦੇ ਉੱਤੇ ਨਹੀਂ ਪਾਇਆ ਹੁੰਦਾ ਜੀ, ਨੱਕ ਤੇ ਨਹੀਂ ਹੁੰਦਾ ਉਹਨਾਂ ਦੇ। ਹਾਂਜੀ ਹਾਂਜੀ ਹਾਂਜੀ। ਉਹ ਮਤਲਬ ਫੈਸ਼ਨ ਸਟੇਟਮੈਂਟ ਹੀ ਆ ਵੀ ਮੈਂ ਜੇ ਕਹਿਣਗੇ ਤਾਂ ਨੱਕ ਤੇ ਪਾ ਲੂੰਗਾ, ਨਹੀਂ ਤਾਂ ਨਾ ਸੀ। ਵੈਸੇ ਉਹਦਾ ਮਤਲਬ ਹੈ ਮੈਨੂੰ ਕੋਈ ਡਰ ਨਹੀਂ, ਦੂਸਰਾ ਬੰਦਾ ਮੋਹਰਲਾ ਮੇਰੇ ਤੋਂ ਬਚੇ, ਕਿਉਂਕਿ ਜੇ ਮੈਨੂੰ ਵਾਇਰਸ ਹੋਈ ਵੀ ਤਾਂ ਕਿਸੇ ਨੂੰ ਤਾਂ ਹੋ ਜਾਣੀ ਨਾ। ਇਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਵੈਸੇ ਮਾਸਕ ਦੇ ਵਿੱਚ ਇਹ ਹੁੰਦਾ ਹੈ ਕਿ ਤੁਹਾਨੂੰ ਕਿਸੇ ਦੇ ਕੋਲੋਂ ਜਿਹੜੀ ਵਾਇਰਸ ਮਿਲਣੀ ਹੈ, ਉਹਨਾਂ ਦੀ ਵਾਇਰਸ ਜੇ ਉਹ ਖੰਘਦੇ ਆ, ਸਾਹ ਲੈਂਦੇ ਆ, ਛਿੱਕਦੇ ਆ, ਉਹ ਮਾਸਕ ਰੋਕ ਲੈਂਦੀ ਹੈ। ਉਹਨਾਂ ਦਾ ਕਰਕੇ ਮੈਨੂੰ ਵਾਇਰਸ ਨਹੀਂ ਹੁੰਦੀ। ਸੋ ਇਸ ਕਰਕੇ ਇੱਕ ਹਿੱਸਾ ਜਿਹੜਾ ਤੁਸੀਂ ਕਹ ਲਓ ਕਿ ਕੌਨਸ਼ੀਅਸ ਵੀ ਹੋਇਆ ਹੈ, ਲੋਕੀ ਥੋੜੇ ਜਿਹਾ ਜ਼ਿਆਦਾ ਡਰਦੇ ਵੀ ਆ ਵੈਸੇ। ਹਾਂਜੀ, ਉਹ ਇਹ ਸੋਚਦੇ ਆ ਕਿ ਮਾਸਕ ਜੇ ਪਾਈ ਰੱਖਣ ਤਾਂ ਠੀਕ ਆ, ਪਰ ਦੂਸਰਾ ਵੱਡਾ ਹਿੱਸਾ ਇਹਨੂੰ ਬਾਕੀ ਬੰਦਸ਼ਾਂ ਦੇ ਨਾਲ ਜੋੜ ਕੇ ਦੇਖਦਾ। ਉਹ ਇਹ ਦੇਖਦੇ ਆ ਕਿ ਯਾਰ ਅੱਗੇ ਆਉਂਦੇ ਜਾਂਦੇ ਸੀ, ਹੁਣ ਇਹਨਾਂ ਨੇ ਮਨਾ ਕੀਤਾ ਆ। ਜਿੱਥੇ ਜਿੱਥੇ ਸਰਕਾਰ ਨੂੰ ਲੱਗਦਾ ਸੀ ਵੀ ਇੱਥੇ ਸਾਨੂੰ ਬੰਦਸ਼ਾਂ ਨਹੀਂ ਕਰਨੀਆਂ ਚਾਹੀਦੀਆਂ, ਉੱਥੇ ਬੜਾ ਸੋਹਣਾ ਕੀਤਾ। ਇਹਨਾਂ ਨੇ ਕਦੇ ਨਹੀਂ ਕਿਹਾ ਕਿਸੇ ਨੂੰ ਕਿ ਤੁਸੀਂ, ਜਿੱਦਾਂ ਸਰੀ ਸਕੂਲ ਬੋਰਡ ਵਾਲਿਆਂ ਨੇ, ਇਹਨਾਂ ਨੇ ਕਦੇ ਨਹੀਂ ਕਿਹਾ ਕਿ ਟੀਚਰਸ, ਸਟਾਫ, ਜਿਹੜੇ ਬੱਚੇ ਆ ਉਹ ਸਭ ਤੋਂ ਵਨਰੇਬਲ ਬੱਚੇ ਆ ਜੀ, ਉਹਨਾਂ ਦਿਨਾਂ ਦੇ ਵੀ ਟੀਕਾ ਵੀ ਨਹੀਂ ਲੱਗਦਾ। ਇਹਨਾਂ ਦੀ ਇੰਨੀ ਹਿੰਮਤ ਨਹੀਂ ਪਈ ਸਰੀ ਸਕੂਲ ਬੋਰਡ ਵਾਲਿਆਂ ਦੀ। ਡੈਲਟਾ ਵਾਲਿਆਂ ਨੇ ਕੀਤਾ, ਸਰੀ ਸਕੂਲ ਬੋਰਡ ਨੇ ਇਹ ਕੰਮ ਨਹੀਂ ਕੀਤਾ ਕਿ ਤੁਸੀਂ ਕਹੋ ਕਿ ਸਾਡੇ ਸਟਾਫ, ਸਾਡੇ ਟੀਚਰਸ ਉੱਥੇ ਵੈਕਸੀਨੇਟਡ ਹੋ ਕੇ ਆਉਣ। ਇਹ ਮੈਂਡੇਟ ਹੋਣੀ ਚਾਹੀਦੀ ਸੀ ਜੀ। ਉੱਥੋਂ ਤਾਂ ਇਹ ਮੰਨੇ ਨਹੀਂ। ਜਿੱਥੋਂ ਇਹਨਾਂ ਨੂੰ ਮਜਬੂਰੀ ਆ, ਜਿੱਥੇ ਲੋਕਾਂ ਦੀ ਇਹਨਾਂ ਨੂੰ ਲੱਗਦਾ ਸੀ ਕਿ ਰੋਬ ਜ਼ਿਆਦਾ ਹੋਣਾ, ਅਗਲੀ ਵਾਰ ਨੂੰ ਵੋਟਾਂ ਸਾਨੂੰ ਘੱਟ ਮਿਲਣੀਆਂ, ਵੋਟਾਂ ਦੀ ਗਿਣਤੀ ਮਿਲਦੀ। ਇਹਨਾਂ ਨੇ ਕੈਲਕੂਲੇਟਰ ਰੱਖੇ ਆ, ਵੈਸੇ ਸਰੀ ਸਕੂਲ ਬੋਰਡਾਂ ਨੇ ਵੀ ਰੱਖੇ ਹੋਣੇ ਆ, ਸਰਕਾਰਾਂ ਨੇ ਵੀ ਰੱਖੇ ਆ, ਵੀ ਦੇਖਣਾ ਆ ਕਿ ਲੋਕੀ ਕਿਹੜੇ ਮਾਸਕ ਤੋਂ ਦੁਖੀ ਆ। ਜਿਹਨਾਂ ਤੋਂ ਦੁਖੀ ਆ ਉਹਨਾਂ ਤੋਂ ਘਟਾ ਲਓ। ਹੁਣ ਅਲਬਰਟਾ ਦੇ ਵਿੱਚ ਬਹੁਤ ਵੱਡੀ ਪਾਪੂਲੇਸ਼ਨ, ਜਿਹੜਾ ਵੀ ਸਰਵੇ ਦੇਖੋ ਉਹਦੇ ਵਿੱਚ ਇਹੀ ਆਉਂਦਾ ਸੀ, ਲੋਕੀ ਦੁਖੀ ਹੋਏ ਆ। ਉਹ ਕਹਿੰਦੇ ਮਾਸਕ ਦੀ ਮੈਂਡੇਟ ਜਿਹੜੀ ਆ ਹਟਾ ਦਿਓ ਜੀ। ਹਾਲਾਂਕਿ ਪ੍ਰੀਮੀਅਰ ਜੇਸਨ ਕੈਨੀ ਇੰਨੇ ਪਾਪੂਲਰ ਨਹੀਂ ਆ। ਉਹਨਾਂ ਦੀ ਪਾਪੂਲਰਿਟੀ ਸਾਰੇ ਪ੍ਰੀਮੀਅਰਸ ਤੋਂ 10 ਦੇ 10 ਪ੍ਰੀਮੀਅਰ ਸਾਡੇ ਉਹਨਾਂ ਤੋਂ ਘੱਟ ਸੀ। ਪਰ ਉਹਨਾਂ ਨੇ ਦੇਖਿਆ ਕਿ ਜੇ ਮੈਂ ਇਦਾਂ ਦੀਆਂ ਗੱਲਾਂ ਕਰਦਾ, ਜਿੱਦਾਂ ਉਹਨਾਂ ਨੇ ਮਾਸਕ ਮੈਂਡੇਟ ਹਟਾਤੀ ਅਲਬਰਟਾ ਦੇ ਵਿੱਚ ਜੀ, ਇਹ ਪਾਪੂਲਰ ਗੱਲ ਸੀ। ਸੋ ਬਾਕੀ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨਾਲ ਪਾਪੂਲਰਿਟੀ ਘਟੀ ਆ। ਇਸ ਗੱਲ ਤੇ ਉਹਨਾਂ ਦੀ ਪਾਪੂਲਰਿਟੀ ਵੱਧ ਗਈ। ਸਸਕੈਚਵਾਨ ਦੇ ਹਟਾਤਾ, ਅੰਟੇਰੀਓ ਵਾਲੇ ਜਾ ਰਹੇ ਹਟਾਉਣ, ਕਿਊਬੈਕ ਨੇ ਹਟਾਤਾ, ਔਰ ਉਹਨਾਂ ਨੇ ਮੈਂਡੇਟ ਕਰਤੀ ਕਿ ਅਗਲੇ ਮੇਰਾ 15 ਮਾਰਚ ਤੋਂ ਉਹਨਾਂ ਦਾ ਚੇਂਜ ਹੋ ਜਾਣਾ। ਹਾਂਜੀ, ਅਟਲਾਂਟਿਕ ਕੈਨੇਡਾ ਵਾਲੇ ਹੌਲੀ ਇਧਰ ਨੂੰ ਜਾ ਰਹੇ। ਹੌਲੀ ਮੇਰਾ ਖਿਆਲ ਹੌਲੀ ਸੁਰਤ BC ਵਾਲਿਆਂ ਨੂੰ ਵੀ ਆ ਜਾਣੀ ਹੈ ਕਿ ਲੋਕੀ ਬਹੁਤ ਇਸ ਗੱਲ ਤੋਂ ਦੁਖੀ ਹੋ ਚੁੱਕੇ ਆ। ਉਹ ਉਹਨਾਂ ਚਾਰੇ ਤੁਸੀਂ ਹੁਣ ਆਮ ਜਾਣੇ ਆ। ਮੈਂ ਬੈਂਕੁਏਟ ਹਾਲ 'ਚ ਗਿਆ ਸੀ, ਉੱਥੇ ਮੇਰਾ ਖਿਆਲ ਕੋਈ 800 ਬੰਦਾ ਹੋਣਾ, ਕਿਸੇ ਨੇ ਮਾਸਕ ਨਹੀਂ ਪਾਇਆ। ਜੇ ਤੁਸੀਂ ਇਦਾਂ ਦੀਆਂ ਥਾਂ ਤੇ ਮਾਸਕ ਤੋਂ ਹਟਾਤਾ ਲੋਕਾਂ ਨੂੰ, ਇਕੱਠੇ ਹੁੰਦੇ ਨੇ, ਕਿਉਂਕਿ ਉਹਨਾਂ ਦੀ ਲੌਬੀ ਸੀ, ਬੈਂਕੁਏਟ ਹਾਲ ਵਾਲਿਆਂ ਦੀ ਲੌਬੀ ਸੀ, ਰੈਸਟੋਰੈਂਟ ਇੰਡਸਟਰੀ ਦੀ ਲੌਬੀ ਸੀ। ਜੇ ਤੁਸੀਂ ਸਿਰਫ ਤੇ ਸਿਰਫ ਵੋਟਾਂ ਦਾ ਕਰਕੇ ਕਰਦੇ ਆ ਤਾਂ ਫਿਰ ਇੰਨਾ ਵੀ ਥੋੜਾ ਜਿਹਾ ਇੱਕ ਕਦਮ ਹੋਰ ਅੱਗੇ ਕਰ ਲਓ ਕਿ ਕੋਈ ਗੱਲ ਨਹੀਂ, ਹੁਣ ਇਹਨਾਂ ਨੂੰ ਹੈਗਾ ਵੀ ਕੋਈ ਵੀ ਵੋਟ ਜਿਹੜੀ ਹੈ ਸਾਡੇ ਤੋਂ ਨਾਰਾਜ਼ ਨਾ ਹੋ ਜਾਵੇ। ਅਜੇ ਵੀ ਸੈਗਮੈਂਟ ਜਿਹੜਾ ਇੱਕ ਛੋਟਾ ਜਿਹਾ ਹਿੱਸਾ ਆ ਜਿਹੜਾ ਚਾਹੁੰਦਾ ਹੈ ਕਿ ਮਾਸਕ ਪਾਏ ਜਾਣ, ਉਹਨਾਂ ਤੋਂ ਡਰਦੇ ਮਾਰੇ ਨਹੀਂ ਕਰਦੇ BC ਵਾਲੇ। ਵੈਸੇ ਨਾ ਜਿਵੇਂ ਤੁਸੀਂ ਹੁਣ ਹਾਲਸ ਦਾ ਮੈਂਸ਼ਨ ਕੀਤਾ, ਕਹਿ ਦਿੰਦੇ ਕਿ ਜਦੋਂ ਤੁਸੀਂ ਟੇਬਲ ਤੇ ਕਾਫੀ ਸਾਰੇ ਲੋਕੀ ਬੈਠੇ, ਉੱਥੇ ਤੁਸੀਂ ਚਾਹੇ ਮਾਸਕ ਨਾ ਪਾਓ, ਪਰ ਜਦੋਂ ਤੁਸੀਂ ਉੱਠ ਕੇ ਜਾਣਾ ਕੁਝ ਲੈਣ ਲਈ ਜਾਂ ਵੈਸੇ ਉੱਥੇ ਪਾਓ। ਜਿੱਦਾਂ ਹੁਣ ਜਿਮਸ ਦੇ ਵਿੱਚ ਵੀ ਕਹਿੰਦੇ ਆ ਵੀ ਜਦੋਂ ਤੁਸੀਂ ਵਰਕਆਊਟ ਕਰਨਾ, ਉੱਥੇ ਸਾਰੇ ਲੋਕ ਇਕੱਠੇ ਹੀ ਹੁੰਦੇ ਆ, ਵਰਕਆਊਟ ਕਰਨਾ ਤੁਹਾਨੂੰ ਮਾਸਕ ਇਜ਼ ਨਾਟ ਰਿਕੁਆਇਰਡ, ਬਟ ਜਦੋਂ ਤੁਸੀਂ ਉਸ ਏਰੀਏ ਤੋਂ ਬਾਹਰ ਹਾਲ ਵਿੱਚ ਤੁਰ ਕੇ ਜਾਣਾ ਫਿਰ ਤੁਹਾਨੂੰ ਮਾਸਕ ਪਾਉਣਾ ਪੈਣਾ, ਬਿਕਾਜ਼ ਜੇ ਤੁਸੀਂ ਨਹੀਂ ਪਾਉਂਦੇ ਉਹ ਤੁਹਾਨੂੰ ਆ ਕੇ ਕਹਿੰਦੇ ਆ ਉਹ ਚੀਜ਼ ਲਈ। ਵੈਸੇ ਵੀ ਕੋਈ ਸਾਇੰਟਿਸਟ ਇਹਨਾਂ ਨੂੰ ਪੁੱਛੇ ਕਿ ਵਾਇਰਸ ਜਿਹੜੀ ਆ ਉਹ ਤਾਂ ਹਵਾ 'ਚ ਤੁਰੀ ਫਿਰਦੀ ਆ ਜੀ ਜੀ, ਉਹਨੇ ਇਹ ਤਾਂ ਦੇਖਣਾ ਵੀ ਮੈਂ ਟੇਬਲ ਤੇ ਜਾਣਾ ਆ, ਉਸ ਟੇਬਲ ਤੇ ਨਹੀਂ ਜਾਣਾ।
ਪਰੇ ਨਹੀਂ ਹੋਣਾ ਚਾਹੀਦਾ। ਵਾਇਰਸ ਨਹੀਂ ਇਦਾਂ ਸੋਚਦੀ, ਜੀ ਬਿਲਕੁਲ ਇਹੀ ਸੋਚਦੇ ਇਦਾਂ। ਜੀ ਬਿਲਕੁਲ। ਤੇ ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼ ਡਾਕਟਰ ਸ਼ਿੰਦਰ ਫਰੇਵਾਲ ਤੇ ਸੁਖਜੀਤ ਮੰਗੜ ਦੇ ਨਾਲ। ਡਾਕਟਰ ਸਾਹਿਬ, ਰੁੱਖ ਕਰਦੇ ਆਪਾਂ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈ ਜੀ ਸਿਟੀ ਆਫ ਸਰੀ ਦੇ ਨਾਲ। ਤੇ ਸਿਟੀ ਆਫ ਸਰੀ ਨੇ ਡੇ ਕੇਅਰ ਸਪੇਸਿਸ ਨੂੰ ਲੈ ਕੇ ਇੱਕ ਮੋਸ਼ਨ ਪਾਸ ਕੀਤਾ, ਉਹਨੂੰ ਅਪਰੂਵ ਕਰ ਦਿੱਤਾ। ਇਸ ਮੋਸ਼ਨ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ ਤੇ ਇਹ ਵੀ ਦੱਸੋ ਕਿ ਇੱਕ ਕਾਉਂਸਲਰ ਇਹਦੇ ਅਗੇਂਸਟ ਸੀ, ਉਹ ਕੌਣ ਸੀ? ਬ੍ਰਿੰਡਾ ਲੌਕ ਨੇ ਉਹਦੇ ਖਿਲਾਫ ਵੋਟ ਪਾਈ। ਵੈਸੇ ਤੁਹਾਡਾ ਬੱਚਾ ਹੋਵੇ ਨਾ 1 ਸਾਲ ਦਾ, ਮਤਲਬ ਇਹ ਪਹਿਲੀ ਦੇ ਵਿੱਚ ਹੋਵੇ, ਮਤਲਬ ਕਿੰਨੇ ਸਾਲਾਂ ਦਾ ਹੁੰਦਾ, 5 ਸਾਲਾਂ ਦਾ ਹੁੰਦਾ, ਤੋ ਸਕੂਲੋਂ ਆਵੇ ਘਰ ਤੇ ਮੰਮੀ ਡੈਡੀ ਨੂੰ ਕਵੇ ਕਿ ਤੁਸੀਂ ਮੇਰੇ ਲਈ ਸੈਂਡਵਿਚ ਬਾਅਦ ਚ ਬਣਾਇਓ, 2 ਜਣੇ ਆ ਕੇ ਮੇਰੇ ਨਾਲ ਗੱਲ ਕਰੋ, ਜਿਹੜੀ ਮਾਮੇ ਵਾਲੀ ਜ਼ਮੀਨ ਆ ਉੱਥੋਂ ਵੇਚ ਕੇ ਆਪਾਂ ਮੋਹਾਲੀ ਕੋਠੀ ਲੈਣੀ ਆ, ਉਹਦੇ ਬਾਰੇ ਗੱਲ ਕਰਨੀ ਹੈ। ਤੁਸੀਂ ਗੱਲ ਕਰਦੇ ਆ ਕਦੇ? ਨਹੀਂ। ਉਹਦਾ ਜੁਰਿਸਡਿਕਸ਼ਨ ਨਹੀਂ, ਉਹਦਾ ਜੁਰਿਸਡਿਕਸ਼ਨ ਇਹ ਹੀ ਆ, ਅਧਿਕਾਰ ਵੀ ਤੂੰ ਸਕੂਲੇ ਜਾ ਭਾਈ, ਆ ਦੱਸ ਕੀ ਖਾਣਾ ਹੈ। ਉਹਦੇ ਨਾਲ ਅਸੀਂ ਜ਼ਮੀਨ ਵੇਚਣ ਬਾਰੇ, ਅਸੀਂ ਕੋਠੀ ਬਣਾਉਣ ਬਾਰੇ ਕੋਈ ਨਹੀਂ ਗੱਲ ਕਰਦੇ ਨਾ। ਇਦਾਂ ਹੀ ਕੈਨੇਡਾ ਦੇ ਵਿੱਚ ਵੀ ਸਾਡੇ ਕੋਲ ਇੱਕ ਸੰਵਿਧਾਨ ਹੈ, ਉਹਦੇ ਵਿੱਚ ਸੰਵਿਧਾਨ ਦੇ ਵਿੱਚ ਸਾਡੇ ਕੋਲ ਫੈਡਰਲ ਢਾਂਚਾ ਹੈ, ਮਤਲਬ ਜਿਹੜੀ ਸੋਵਰਨਟੀ ਆ ਉਹਨੂੰ ਡਿਵਾਈਡ ਕੀਤਾ ਆ। ਇੱਕ ਨੈਸ਼ਨਲ ਗਵਰਨਮੈਂਟ ਹੈ, ਦੂਜੀਆਂ 10 ਸਰਕਾਰਾਂ ਜਿਹੜੀਆਂ ਸਾਡੀਆਂ ਸੂਬਿਆਂ ਦੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਸੋਵਰਨਟੀ ਵੰਡੀ ਹੋਈ ਨੇ। 29 ਜੁਰਿਸਡਿਕਸ਼ਨ ਜਿਹੜੇ ਆ ਫੈਡਰਲ ਸਰਕਾਰ ਦੇ ਕੋਲ ਆ, 16 ਪ੍ਰੋਵਿੰਸ਼ੀਅਲ ਸਰਕਾਰ ਦੇ ਕੋਲ ਆ। ਉਹਨਾਂ ਦੇ ਵਿੱਚ ਫੈਡਰਲ ਗਵਰਨਮੈਂਟ ਨੇ ਕੀ ਕਰਨਾ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਕੀ ਕਰਨਾ। ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਇਹ ਮੁੜ ਕੇ ਕਾਨੂੰਨ ਪਾਸ ਕਰਦਾ ਕਿ ਮਿਊਨਿਸਪਲ ਸਰਕਾਰ ਵੀ ਹੋ ਸਕਦੀ ਹੈ। ਇਹ ਉਹਨਾਂ ਨੇ ਸੰਵਿਧਾਨ ਦੇ ਵਿੱਚ ਨਹੀਂ ਹੈ। ਪ੍ਰੋਵਿੰਸ਼ੀਅਲ ਸਰਕਾਰਾਂ ਨੇ, ਸੂਬੇ ਦੀਆਂ ਸਰਕਾਰਾਂ ਨੇ ਆਪਣਾ ਆਪਣਾ ਇੱਕ ਕਾਨੂੰਨ ਪਾਸ ਕੀਤਾ ਆ ਕਿ ਸਾਡੇ ਸਿਟੀ ਦੀਆਂ ਸਰਕਾਰਾਂ ਹੋਣੀਆਂ ਚਾਹੀਦੀਆਂ, ਇਲੈਕਟਡ ਹੋਣੀਆਂ ਚਾਹੀਦੀਆਂ। ਉਹਨਾਂ ਦੇ ਕੋਲ ਕੁਝ ਅਧਿਕਾਰ ਉਹਨਾਂ ਨੂੰ ਦੇ ਦਿੱਤੇ, ਔਰ ਉਹਨਾਂ ਅਧਿਕਾਰਾਂ ਦੇ ਵਿੱਚ ਪੁਲਿਸ ਦੀ ਦੇਖਭਾਲ ਕਰਨਾ, ਫਿਰ ਜਿਹੜੇ ਘਰ ਬਣਾਉਣੇ ਆ ਤੁਸੀਂ ਉਹਨਾਂ ਦੀ ਉਸਾਰੀ ਕਰਨ ਵਗੈਰਾ ਦਾ, ਸੜਕਾਂ ਨੂੰ ਸਾਫ਼ ਰੱਖਣਾ, ਗਰਬੇਜ ਚੱਕਣਾ, ਜੇ ਉਹ ਇਦਾਂ ਦੀਆਂ ਸੇਵਾਵਾਂ ਪਾ। ਹੁਣ ਉਹ ਜਿਹੜੇ ਤੁਹਾਨੂੰ ਅਧਿਕਾਰ ਖੇਤਰ ਦਿੱਤੇ ਗਏ ਨੇ, ਤੁਹਾਨੂੰ ਯਾਦ ਹੋਣਾ BC ਦੇ ਵਿੱਚ ਤਾਂ ਪ੍ਰੋਵਿੰਸ਼ੀਅਲ ਸਰਕਾਰ ਕਹਿੰਦੀ ਸੀ ਕਿ ਨਹੀਂ, ਅਸੀਂ ਉਹ ਤੁਹਾਡੇ ਤੋਂ ਅਧਿਕਾਰ ਖੇਤਰ ਲੈ ਲੈਣਾ, ਤੁਸੀਂ ਬਹੁਤ ਦੇਰ ਲਾਉਨੇ ਆ ਪਰਮਿਟ ਇਸ਼ੂ ਕਰਨ ਜੀ। ਦੇਖੋ ਇਹ ਇੱਕ ਚੇਤਾਵਨੀ ਆ ਨਾ ਬੱਚਿਆਂ ਨੂੰ, ਕਹਿਣਾ ਕਿ ਬੱਚਿਓ ਜੇ ਤੁਸੀਂ ਠੀਕ ਤਰ੍ਹਾਂ ਨਹੀਂ ਖੇਲਦੇ ਅਸੀਂ ਤੁਹਾਨੂੰ ਬਾਹਰ ਨਹੀਂ ਜਾਣ ਦੇਣਾ। ਉਹਨਾਂ ਨੇ ਦੱਸਿਆ ਹੈ ਪ੍ਰੋਵਿੰਸ਼ੀਅਲ ਸਰਕਾਰ ਨੂੰ, ਜਿਹੜਾ ਬੱਚਿਆਂ ਨੂੰ ਡੇ ਕੇਅਰ ਪ੍ਰੋਵਾਈਡ ਕਰਨਾ, ਫੈਸਿਲਿਟੀ ਦੇਣੀ ਆ, ਮਿਨਿਸਟਰੀ ਆਫ ਚਿਲਡਰਨਜ਼ ਅਫੇਅਰਸ ਹੈ ਇੱਕ BC ਦੇ ਸਰਕਾਰ ਦੇ ਕੋਲ, ਹਰ ਇੱਕ ਸਰਕਾਰ ਦੇ ਕੋਲ ਚਿਲਡਰਨਜ਼ ਵੈਲਫੇਅਰ ਜਿਹੜਾ ਆ ਬਾਕੀ ਬੱਚਿਆਂ ਦਾ, ਉਹ ਹੈਗਾ BC ਸਰਕਾਰ ਦੇ ਕੋਲ ਜਾਂ ਸੂਬਾ ਸਰਕਾਰਾਂ ਦੇ ਕੋਲ। ਉਹ ਅਧਿਕਾਰ ਖੇਤਰ ਜਿਹੜਾ ਮਿਊਨਿਸਪੈਲਿਟੀਜ਼ ਨੂੰ ਨਹੀਂ ਦਿੱਤਾ ਗਿਆ। ਸੋ ਇਹਨਾਂ ਨੂੰ ਕੋਈ ਹੱਕ ਨਹੀਂ ਵੈਸੇ ਇਹ ਕੋਈ ਬਾਈ ਲਾਜ਼ ਪਾਸ ਕਰਨ। ਮੈਨੂੰ ਯਾਦ ਆ ਇੱਕ ਵਾਰੀ ਪਹਿਲਾਂ ਵੀ ਮੇਅਰ ਡਗ ਮੈਕੈਲਮ ਪਹਿਲਾਂ ਮੇਅਰ ਹੁੰਦੇ ਸੀ, ਫਿਰ ਹਾਰ ਗਏ ਸੀ। ਉਦੋਂ ਹਾਰਨ ਵਾਲੀ ਇਲੈਕਸ਼ਨ ਤੇ ਇਹਨਾਂ ਨੇ ਪ੍ਰੋਮਿਸ ਕੀਤਾ ਕਿ ਮੈਂ ਦੂਜਾ ਹਸਪਤਾਲ ਬਣਾ ਦੂੰਗਾ ਇੱਥੇ ਜੀ। ਉਹ ਸੂਬੇ ਦੀ ਸਰਕਾਰ ਦੀ ਗੱਲ ਆ, ਅਗੇਨ ਉਹ ਜਿਹੜਾ ਮੇਅਰ ਆ ਦੂਜਾ ਹਸਪਤਾਲ ਨਹੀਂ ਬਣਾ ਸਕਦਾ। ਹਾਂ, ਮੇਅਰ ਇਹ ਕਹਿ ਦੇਵੇ ਮੇਰੇ ਕੋਲ ਵੀ ਜ਼ਮੀਨ ਪਈ ਆ ਇੱਕ, ਉਹ ਅਸੀਂ ਇਹਨਾਂ ਨੂੰ ਮੁਫਤ ਦੇ ਦੇਵਾਂਗੇ ਜੇ ਇੱਥੇ ਬਣਾਉਣਾ ਚਾਹੁੰਦੇ ਆ। ਉਹ ਉਹਨਾਂ ਦੀ ਮਰਜ਼ੀ ਆ, ਜੇ ਉਹਨਾਂ ਨੇ ਲੈਣੀ ਜ਼ਮੀਨ ਉਹ ਜਾਂ ਹੋਰ ਕਿਤੇ ਬਣਾਉਣਾ, ਇਹ BC ਦੀ ਸਰਕਾਰ ਦੀ ਮਰਜ਼ੀ ਹੈ। ਸੋ ਜਿਹੜੀ ਅਸੀਂ ਪਿੱਛੇ ਜਿਹਾ ਬਜਟ ਪੇਸ਼ ਕੀਤਾ, ਇਹਨਾਂ ਨੇ ਜਿਹੜੀ NDP ਦੀ ਸਰਕਾਰ ਸੀ, ਇਹਨਾਂ ਨੇ ਵਾਅਦਾ ਕੀਤਾ ਸੀ ਕਿ $10 ਦੀ ਡੇ ਕੇਅਰ ਪ੍ਰੋਵਾਈਡ ਕਰਾਂਗੇ ਇਸ ਇੱਕ ਦਿਨ ਦੀ ਜੀ, ਕਿਉਂਕਿ $10 ਹੁਣ ਜਿਹੜੇ ਲੋਕੀ ਕੰਮ ਕਰਦੇ ਆ $15 ਘੰਟੇ ਤੇ, ਉਹਨਾਂ ਨੂੰ ਇਹ ਇੱਕ ਤਾਂ ਇਹ ਵੀ ਨਾਲ ਸਮਾਜਿਕ ਇਸ਼ੂ ਆ ਨਾ ਅਗੀ ਕਿ ਪੇਰੈਂਟਸ ਕੰਮ ਕਰਦੇ ਆ, ਉਹਨਾਂ ਨੂੰ ਬੱਚੇ ਸੰਭਾਲਣ ਲਈ ਕੋਈ ਚਾਹੀਦਾ ਹੈ, ਤਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ $10 ਦੀ ਡੇ ਕੇਅਰ ਪ੍ਰੋਵਾਈਡ ਕਰਾਂਗੇ, ਜਿਹੜਾ ਕਿ ਬਜਟ ਦੇ ਵਿੱਚ ਇਹਨਾਂ ਨੇ $20 ਕੀਤਾ। ਉਹਦੀ ਆਲੋਚਨਾ ਵੀ ਹੋਈ, ਆਲੋਚਨਾ ਵੀ ਉਹਨਾਂ ਨੇ ਕੀਤੀ ਕਿ ਤੁਹਾਡੀ ਸਰਕਾਰ BC ਲਿਬਰਲ ਦੀ ਪਹਿਲਾਂ ਸੀਗੀ, ਉਹਨਾਂ ਨੇ $20 ਦਾ ਵੀ ਨਹੀਂ ਕੀਤਾ।
ਇਹਦੇ ਵਿੱਚ ਨਾ 9 ਚੋਂ ਨਾ 13 ਚੋਂ 20 ਮਤਲਬ ਸਰੀ ਮਿਊਨਿਸਪੈਲਿਟੀ ਹੈ, ਇਹਦੇ ਪਿੱਛੇ ਆ ਜਾਂਦਾ PR ਦਾ ਹੱਥ। ਹੁਣ ਮੇਅਰ ਡਗ ਮਕੈਲਮ ਤੇ ਚਾਰਜ ਲਗਾਇਆ ਪਬਲਿਕ ਮਿਸਚਿਫ ਦਾ, ਹਾਂਜੀ, ਤਾਂ ਉਹਦੇ ਨਾਲ ਬਦਨਾਮੀ ਹੋ ਗਈ, ਮੁੰਨੀ ਬਦਨਾਮ ਹੋਈ ਜੀ। ਤਾਂ ਮੁੰਨੀ ਬਦਨਾਮ ਇੰਨੀ ਹੋ ਗਈ ਆ ਕਿ ਉਹ ਮੁਕੱਦਮਾ ਹਾਲੇ ਜਾਂਦਾ ਨਹੀਂ, ਉਹ 5 ਦਿਨ ਹੋਰ ਚੱਲਣਾ ਹਾਲੇ ਮੁਕੱਦਮਾ। ਫਿਰ ਲੋਕਾਂ ਨੇ ਉਹ ਗੱਲਾਂ ਕਰੀ ਜਾਣੀਆਂ। ਦੂਸਰਾ ਵੱਡੀ ਗੱਲ ਆ ਗਈ ਹੈ ਕਿ ਇਸ ਸਾਲ ਇਲੈਕਸ਼ਨ ਹੋਣੀ ਹੈ, ਹਾਂਜੀ, ਕਿਉਂਕਿ ਲੋਕੀ ਵੈਸੇ ਤਾਂ ਭੁੱਲ ਜਾਂਦੇ ਆ। ਜੇ ਗੱਲ 2018 ਚ ਹੀ ਹੋ ਜਾਂਦੀ, ਹੋ ਸਕਦਾ ਲੋਕੀ 22 ਤਾਈਂ ਭੁੱਲ ਜਾਣ, ਪਰ ਜੇ ਅੱਜ ਤੱਕ ਲੋਕਾਂ ਦੇ ਮਨ ਦੇ ਵਿੱਚ ਮੇਅਰ ਦੇ ਮੁਕੱਦਮੇ ਦੀ ਗੱਲ ਚੱਲੀ ਜਾਂਦੀ ਹੈ। ਮੈਂ ਕੱਲ ਇੱਥੇ ਖੜਾ ਸੀ ਸਰੀ ਸੈਂਟਰਲ ਸਕਾਈ ਟ੍ਰੇਨ ਦੇ ਲਾਗੇ, ਕਿਸੇ ਦੇ ਨਾਲ ਗੱਲ ਕਰਦਾ ਸੀ। ਉਹ ਬੰਦਾ ਵੈਨਕੂਵਰ ਤੋਂ ਆ, ਉਹ ਫੋਟੋਗ੍ਰਾਫੀ ਕਰ ਰਿਹਾ ਸੀ ਆਲੇ ਦੁਆਲੇ ਦੀ, ਤੇ ਉਹ ਇੱਕ ਮੇਅਰ ਦੇ PR ਰਿਲੇਸ਼ਨ ਦੇ ਵਿੱਚ ਬੰਦਾ ਹੋਣਾ ਹੈ। ਉਹ ਉੱਥੇ ਸਾਰਿਆਂ ਨੂੰ ਦੱਸਦਾ ਫਿਰੇ ਕਿ ਮੇਅਰ ਅੱਜ ਕੱਲ ਸ਼ਾਮ ਨੂੰ ਰਗਬੀ ਖੇਡਦੇ ਹੁੰਦੇ ਇੱਥੇ ਵਾਲੀ ਦੇ ਵਿੱਚ, ਉੱਥੇ ਜਾ। ਉਹ ਸੋਚਦਾ ਸੀ ਕਿ ਇਹ ਬੰਦਾ ਜਿਹੜਾ ਫੋਟੋ ਖਿੱਚਦਾ ਹੈ ਸ਼ਾਇਦ ਰਿਪੋਰਟਰ ਨਾ ਹੋਵੇ। ਇਹ ਵੀ PR ਦੀ ਗੱਲ ਹੈ ਕਿ ਹੁਣ ਇਹ ਗੱਲਾਂ ਜਿਹੜੀਆਂ ਹੋ ਰਹੀਆਂ, ਮੁਕੱਦਮੇ ਦੀਆਂ ਗੱਲਾਂ ਲੋਕੀ ਕਰਦੇ ਆ, ਮੈਸਚਿਫ ਦੀਆਂ ਗੱਲਾਂ ਕਰਦੇ ਆ, ਹੁਣ ਰਗਬੀ ਦੀਆਂ ਗੱਲਾਂ ਕਰਨੀਆਂ, ਮਤਲਬ ਲੋਕਾਂ ਦਾ ਧਿਆਨ ਇੱਕ ਪਾਸਿਓਂ ਹਟਾ ਕੇ ਦੂਸਰੇ ਪਾਸੇ ਲਾਉਣਾ। ਹੁਣ ਲੋਕੀ ਜਿਹੜੇ ਘਰ ਘਰ ਗੱਲ ਕਰਦੇ ਆ ਕਿ ਅਸੀਂ ਕੰਮ ਕਰਦੇ ਆ, ਸਾਡੇ ਕੋਲ ਹੈ ਨਹੀਂਗੇ ਕੋਈ ਡੇ ਕੇਅਰ, ਹੈ ਨਹੀਂਗੇ ਡੇ ਕੇਅਰ, ਵਾਕਿਆ ਹੈ ਨਹੀਂਗੇ। ਇੱਥੇ ਪ੍ਰੋਮਿਸ ਤਾਂ ਕਰਤਾ ਕਿ $20 ਦੇ ਵਿੱਚ ਕਰ ਦਿਆਂਗੇ, ਪਰ ਉਹ $20 ਦੀ ਵੀ ਗੱਲ ਤਾਂ ਹੀ ਹੋਊਗੀ ਜੇ ਡੇ ਕੇਅਰ ਸੈਂਟਰ ਹੋਣਗੇ। ਤਾਂ ਇਹ ਇੱਕ ਨਵੀਂ ਗੱਲ ਕਰਤੀ ਕਿ ਸਕੂਲਾਂ ਦੇ ਵਿੱਚ ਡੇ ਕੇਅਰ ਪ੍ਰੋਵਾਈਡ ਕੀਤੇ ਜਾਣ। ਹੁਣ ਸਕੂਲਾਂ ਦੇ ਕੋਲ ਜਗ੍ਹਾ ਤਾਂ ਹੈ, ਉਹਨਾਂ ਨੇ ਐਕਸਪੈਂਡ ਕਰਨਾ ਨਹੀਂ ਕਰਨਾ, ਇਹ ਤਾਂ BC ਸਰਕਾਰ ਦੀ ਮਰਜ਼ੀ ਹੈ ਨਾ ਜੀ। ਉਹਨਾਂ ਨੇ ਕਿੱਥਾਂ ਕਿਸ ਜਗ੍ਹਾ ਤੇ ਡੇ ਕੇਅਰ ਪ੍ਰੋਵਾਈਡ ਕਰਨੇ ਆ। ਇਹਦੇ ਵਿੱਚ ਅਧਿਕਾਰ ਖੇਤਰ ਸਿਟੀ ਦਾ ਕੋਈ ਨਹੀਂ। ਇਹ ਸਿਰਫ ਤੇ ਸਿਰਫ ਇਹ ਗੱਲ ਆ, ਜਿੱਦਾਂ ਹੁਣ ਪਤਾ ਨਹੀਂ ਇਹ ਮੇਅਰ ਕੀ ਕਰਨ, ਕਿਉਂਕਿ PR ਲੱਗੇ ਆ ਹੁਣ ਕਰਨ, ਇਹ ਕੱਲ ਨੂੰ ਕਹਿਣ। ਮੇਰਾ ਖਿਆਲ ਜਿਹੜਾ ਕੈਨੇਡੀਅਨ ਡਾਲਰ ਥੱਲੇ ਨੂੰ ਜਾਈ ਜਾਂਦਾ, ਅਮਰੀਕਨ ਡਾਲਰ ਅਡਾਪਟ ਕਰ ਲਈਏ ਆਪਾਂ ਸਰੀ ਦੇ ਵਿੱਚ। ਇਹ ਫੈਡਰਲ ਸਰਕਾਰ ਦੀ ਗੱਲ ਹੈ। ਜਿਹੜੀ ਕਰੰਸੀ ਆ ਉਹ ਜੂਰਿਸਡਿਕਸ਼ਨ, ਜਿਹੜਾ 29 ਜੂਰਿਸਡਿਕਸ਼ਨ ਦਿੱਤੇ ਆ ਸੰਵਿਧਾਨ ਨੇ, ਉਹਨਾਂ ਦੇ ਵਿੱਚ ਆਉਂਦਾ ਹੈ। ਪਰ ਇਹਨਾਂ ਨੇ ਹੁਣ PR ਬਣਾਉਣੀ ਆ, ਪਤਾ ਨਹੀਂ ਕੀ ਕਰਨ। ਇੱਥੇ ਇੱਕ ਮੇਅਰ ਦਾ ਕੈਂਡੀਡੇਟ ਹੁੰਦਾ ਸੀ, ਉਹ ਵੋਟਾਂ ਤਾਂ ਉਹਨੂੰ ਮੇਰੇ ਖਿਆਲ 5-7 ਹੀ ਪੈਂਦੀਆਂ, ਪਰ ਉਹਨੇ ਇੱਕ ਵਾਰੀ ਕੀਤਾ ਕਿ ਮੈਂ ਉਸ ਡਿਬੇਟ ਦਾ ਮੋਡਰੇਟਰ ਸੀ ਉੱਥੇ, ਹਾਂਜੀ, ਤੇ ਉਸ ਬੰਦੇ ਨੇ ਕਿਹਾ ਕਿ ਮੈਂ ਸਰੀ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਬਣਾ ਦੂੰਗਾ। ਵਾਓ। ਜਿਹੜਾ ਕਿ ਫੈਡਰਲ ਗਵਰਨਮੈਂਟ ਦਾ ਜੂਰਿਸਡਿਕਸ਼ਨ ਹੈ। ਇੱਥੇ ਸਾਡੇ ਵੈਨਕੂਵਰ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਹੈ, ਬੈਲਿੰਗਹੈਮ ਇੱਕ 에ਅਰਪੋਰਟ ਹੈ, ਤੇ ਇਹ ਸਰੀ ਦੇ ਵਿੱਚ ਬਣਾ ਰਿਹਾ ਉਹ, ਤੇ ਜਿਹਦਾ ਕੋਈ ਅਧਿਕਾਰ ਖੇਤਰ ਨਹੀਂ ਹੈ। ਵੈਸੇ ਹੀ ਉਦਾਂ ਹੀ ਵਾਅਦਾ। ਮੈਂ ਕਿਹਾ ਹੁਣ ਕਿਤੇ ਕਹਿ ਨਾ ਦੇਣ ਕਿ ਮੈਂ ਯੂਕਰੇਨ ਨੂੰ ਚੱਕ ਕੇ ਪਰੇ ਛੱਡਿਆਉਣਾ ਤਾਂ ਕਿ ਰਸ਼ੀਆ ਵਾਲੇ ਹਮਲਾ ਹੀ ਨਾ ਕਰ ਸਕਣ। ਇਹ ਵੀ ਤਾਂ ਕਰੇ ਸਕਦੇ, ਜਿੱਦਾਂ ਹਨੂਮਾਨ ਜੀ ਕਹਿੰਦੇ ਸੰਜੀਵਨੀ ਬੂਟੀ ਲੱਭਣ ਗਏ ਸੀ, ਉਹਨਾਂ ਨੂੰ ਲੱਭੀ ਨਹੀਂ, ਉਹਨਾਂ ਨੇ ਪਹਾੜ ਹੀ ਚੱਕ ਲਿਆ। ਹਾਂਜੀ। ਹੁਣ ਜਿਹੜੀ ਕੰਮ ਕਰ ਸਕਦੇ ਆ, ਜਿੱਦਾਂ ਇੱਕ ਦਿਨ ਮੈਂ ਇਹਨਾਂ ਨੂੰ ਕਿਹਾ ਵੀ ਸੀ, ਰੇਡੀਓ ਤੇ ਵੀ ਕਿਹਾ ਕਿ ਜਿਸ ਦਿਨ ਸਨੋ ਪਈ ਸੀ, ਬਹੁਤ ਜ਼ਿਆਦਾ ਸਨੋ ਪਈ, ਬਿਲਕੁਲ ਸਨੋ ਨਹੀਂ ਸਾਫ਼ ਕੀਤੀ ਇਹਨਾਂ ਨੇ। ਉਹ ਹੈਗਾ ਸਿਟੀ ਦਾ ਕੰਮ। ਉਹ ਇਹਨਾਂ ਨੂੰ ਅਧਿਕਾਰ ਖੇਤਰ ਦਿੱਤਾ ਹੈ ਕਿ ਤੁਸੀਂ ਆਪਣੀਆਂ ਸੜਕਾਂ ਸਾਫ਼ ਰੱਖੋ ਜੀ। ਮੈਂ 88 ਦੇਖਿਆ, ਫਰੇਜ਼ਰ ਹਾਈਵੇ ਤੇ ਜਾ ਕੇ ਦੇਖਿਆ, 152 ਸਟਰੀਟ ਤੇ ਜਾ ਕੇ ਦੇਖਿਆ। ਉਹ ਤਿੰਨੇ ਹੀ ਸਟਰੀਟ ਜਿਹੜੀਆਂ ਉਹ ਮੇਨ ਸਟਰੀਟਸ ਆ ਇਹਨਾਂ ਦੀਆਂ, ਕਿਉਂਕਿ ਇਹ ਜਦੋਂ ਇਹਨਾਂ ਦੇ ਇੰਜੀਨੀਅਰਿੰਗ ਡਿਪਾਰਟਮੈਂਟ ਨੂੰ ਫੋਨ ਕਰਦੇ ਆ, ਉਹ ਫਿਰ ਕਹਿੰਦੇ ਕਿ ਅਸੀਂ ਮੇਨ ਸਟਰੀਟਾਂ ਸਾਫ਼ ਕਰਤੀਆਂ ਸੀ। ਮੈਂ ਕਿਹਾ ਮੇਨ ਦੇ ਵਿੱਚ ਇਹ 88 ਨਹੀਂ ਆਉਂਦੀ, ਫਰੇਜ਼ਰ ਹਾਈਵੇ ਨਹੀਂ ਆਉਂਦਾ, 152 ਨਹੀਂ ਆਉਂਦਾ, ਮੇਨ ਕਿੱਥੇ ਆ? ਮੇਨ ਇਹੀ ਤਾਂ ਹੋ ਨਹੀਂ ਸਕਦੀ ਕਿ ਉਹ ਜਿਹੜੀ ਮੇਅਰ ਦੇ ਘਰ ਨੂੰ ਐਵਨਿਊ ਜਾਂਦਾ ਉਹੀ ਆ। ਹੋਰ 64 ਆ, 88 ਐਵਨਿਊ ਮੇਜਰ ਸਟਰੀਟ ਆ। ਤੁਸੀਂ ਜਿੱਦਾਂ ਹੀ ਡੈਲਟਾ ਦੇ ਵਿੱਚ ਵੜਦੇ ਸੀ ਨਾ, ਉਹਨਾਂ ਨੇ ਸਟਰੀਟ ਸਾਫ਼ ਕੀਤੀਆਂ, ਉਹਨਾਂ ਨੇ ਲੂਣ ਪਾਇਆ ਉਹਦੇ ਤੇ। ਉਹ ਮੈਂ ਅੱਗੇ ਵੀ ਗੱਲ ਕੀਤੀ, ਏਦਾਂ ਲੱਗਾ ਜਿੱਦਾਂ ਮਲੇਰਕੋਟਲੇ ਦੇ ਬਿਲਕੁਲ ਬਾਜ਼ਾਰ ਦੇ ਵਿੱਚੋਂ ਉੱਠ ਕੇ
ਤੁਸੀਂ ਚੰਡੀਗੜ੍ਹ ਚਲ ਗਏ ਨੇ। ਇਹ ਜਿਹੜੇ ਆਪਣੇ ਕੰਮ ਕਰਨ ਵਾਲੇ ਉਹ ਕਰਦੇ ਨਹੀਂ, ਤੇ ਜਿਹੜੇ ਇਹਨਾਂ ਨੂੰ ਅਧਿਕਾਰ ਹੈ ਨਹੀਂ ਜਿਨ੍ਹਾਂ ਤੇ ਉਹਨਾਂ ਨੂੰ ਹੱਥ ਪਾਉਂਦੇ ਆ। ਇਸ ਗੱਲ ਕਰਕੇ ਕਿ ਲੋਕਾਂ ਨੂੰ ਪਤਾ ਨਹੀਂ ਹੈ, ਲੋਕਾਂ ਨੂੰ ਕਿਹੜੇ ਸਰੀ ਵਾਲੇ ਨੇ ਕਨਸਟੀਟਿਊਸ਼ਨ ਪੜ੍ਹਿਆ ਹੈ ਵੀ ਇਹਨਾਂ ਨੂੰ ਹੱਕ ਹੈ ਜਾਂ ਨਹੀਂ। ਸੋ ਪਰ ਲੋਕਾਂ ਦੇ ਮਨ ਦੇ ਵਿੱਚ ਜ਼ਰੂਰ ਹੈ ਕਿ ਸਾਡੇ ਕੋਲ ਬੱਚਿਆਂ ਨੂੰ ਦੇਖਭਾਲ ਲਈ ਡੇ ਕੇਅਰ ਹੋਣੇ ਚਾਹੀਦੇ। ਸੋ ਉਹਦੀ ਪਾਪੂਲਰਿਟੀ ਲਈ ਉਹ ਗੱਲ ਮੇਅਰ ਦੇ ਮੁਕੱਦਮੇ ਤੋਂ ਦੂਸਰੇ ਪਾਸੇ ਕਰਨ ਲਈ ਕਿਹੋ ਜਿਹੀਆਂ ਇਹ ਗੱਲਾਂ ਕਰ ਰਹੇ ਆ, ਇਹ ਮਾਈਂਡ ਬੋਗਲਿੰਗ ਹੈ। ਹੁਣ ਕੱਲ ਨੂੰ ਪਤਾ ਨਹੀਂ ਕੀ ਕਹਿਣਗੇ ਜੀ। ਲੋਕਾਂ ਦਾ ਜਿਹੜਾ ਧਿਆਨ ਆ ਉਹ ਡਾਈਵਰਟ ਕਰਨ ਦੇ ਲਈ ਫਿਰ ਕਰ ਰਹੇ ਇੱਕ ਇਹਨਾਂ ਨੇ ਮੈਂ ਇੱਕ ਹੋਰ ਗੱਲ ਦੱਸ ਤੁਹਾਨੂੰ, ਪਿੱਛੇ ਜਿਹੇ ਜਿੱਦਣ ਪਹਿਲੀ ਇਹਨਾਂ ਦੀ ਸੁਣਵਾਈ ਸੀ ਤਰੀਕ ਦੀ, ਹਾਂਜੀ, ਮੇਅਰ ਦੀ, ਤੁਹਾਨੂੰ ਯਾਦ ਹੋਣਾ ਸਾਡੇ ਇੱਥੇ ਕੋਈ ਔਰਤ ਗਈ ਸੀ ਸਰੀ ਮੈਮੋਰੀਅਲ, ਉਹ ਬੱਚਾ ਪਾਰਕਿੰਗ ਲੋਟ ਦੇ ਵਿੱਚ ਜੰਮ ਕੇ ਆ ਗਈ। ਹਾਂਜੀ, ਉਹਨੂੰ 3 ਵਾਰੀ ਮੋੜਿਆ ਇਹਨਾਂ ਨੇ ਹਸਪਤਾਲਾਂ ਨੇ। ਚਲੋ ਇਹ ਸਰੀ ਮੈਮੋਰੀਅਲ ਦਾ ਇਹੀ ਹਾਲ ਹੈ। ਵੈਸੇ ਜਿਹੜਾ ਪੀਸ ਆਰਚ ਹਸਪਤਾਲ ਹੈ ਵਾਈਟ ਰੌਕ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਅਨਾਉਂਸਮੈਂਟ ਕਰਤੀ ਕਿ ਜਿਹੜਾ ਸਾਡਾ ਮੈਟਰਨਿਟੀ ਵਾਰਡ ਕੁਛ ਇੱਕ ਸਮੇਂ ਲਈ ਬੰਦ ਕਰ ਦੇਣਾ ਸੀ। ਪਤਾ ਨਹੀਂ ਕੀ ਰੀਜ਼ਨ ਸੀ ਉਹਨਾਂ ਦਾ। ਫਰੇਜ਼ਰ ਹੈਲਥ ਅਥਾਰਟੀ ਨੇ ਅਨਾਉਂਸਮੈਂਟ ਕੀਤੀ ਸੀ। ਫਿਰ ਉੱਥੇ ਇੱਕ ਐਡ ਹਾਕ ਕਮੇਟੀ ਔਰਤਾਂ ਦੀ ਬਣੀ, ਉਹਨਾਂ ਨੇ ਲੌਬੀ ਕੀਤਾ ਤਾਂ ਫਰੇਜ਼ਰ ਹੈਲਥ ਅਥਾਰਟੀ ਨੇ ਉਹ ਡਿਸੀਜਨ ਜਿਹੜੀ ਬੰਦ ਕਰਤੀ। ਕਹਿੰਦੇ ਵੀ ਮੈਟਰਨਿਟੀ ਵਾਰਡ ਖੁੱਲ੍ਹਾ ਹੀ ਰਹੂਗਾ, ਠੀਕ ਹੈ। ਤੇ ਉਹ ਜਿਹੜੀ ਮੇਅਰ ਡਗ ਮਕੈਲਮ ਦੀ ਪਾਰਟੀ ਹੈ ਸੇਫ ਸਰੀ, ਇਹਨਾਂ ਨੇ ਟਵੀਟ ਕਰਤਾ ਕਿ ਮੇਅਰ ਡਗ ਮਕੈਲਮ ਨੇ ਲੌਬੀ ਕੀਤਾ ਕਰਕੇ ਉਹਨਾਂ ਨੇ ਹਸਪਤਾਲ, ਮੇਅਰ ਤਾਂ ਹੈਗੇ ਇਹ ਸਰੀ ਦੇ, ਤੇ ਹਸਪਤਾਲ ਇਹਨਾਂ ਨੇ ਖਿਲਾਤਾ ਵਾਈਟ ਰੌਕ ਵਾਲਾ ਜਿਹੜਾ ਉਹਨਾਂ ਦਾ ਮੈਟਰਨਿਟੀ ਵਾਰਡ ਖਤਮ ਕਰਨਾ। ਫਿਰ ਉਹ ਵਾਈਟ ਰੌਕ ਵਾਲੇ ਮੇਅਰ ਨੇ ਐਕਚੁਅਲੀ ਪਬਲਿਕ ਨਹੀਂ ਅਨਾਉਂਸਮੈਂਟ ਕੀਤੀ। ਨਾਰਮਲੀ ਇਹ ਇੱਕ ਦੂਜੇ ਦੇ ਕਰਦੇ ਨਹੀਂ ਖਿਲਾਫ ਜੀ। ਉਹ ਕਹਿੰਦੇ ਵੀ ਕੋਈ ਤਾਂ ਗੱਲ ਸ਼ਰਮ ਆਉਣੀ ਚਾਹੀਦੀ ਹੈ। ਜਿਹੜਾ ਕੰਮ ਔਰਤਾਂ ਦੀ ਜਥੇਬੰਦੀ ਦੀ ਇੱਕ ਐਡ ਹਾਕ ਕਮੇਟੀ ਨੇ ਕੀਤਾ, ਉਹਦੀ ਕ੍ਰੈਡਿਟ ਇੱਕ ਮੇਅਰ ਲੈ ਰਿਹਾ। ਇਹਨਾਂ ਨੇ ਕੁਛ ਨਹੀਂ ਕੀਤਾ। ਇੱਕ ਵਾਰ ਇਹਨਾਂ ਨੇ ਇਹ ਕੀਤਾ ਸੀ ਕਿ ਜਦੋਂ ਸਾਡੇ ਸਨੋ ਪਈ ਸੀ ਤਾਂ ਉਹ ਸਾਫ਼ ਤਾਂ ਕੀਤੀ ਨਹੀਂ, ਦੂਸਰੇ ਦਿਨ ਕੁਦਰਤੀ ਮੀਂਹ ਚੰਗਾ ਪਿਆ, ਮੀਂਹ ਦੇ ਨਾਲ ਸਾਫ਼ ਹੋ ਗਈ। ਮੈਂ ਕਿਹਾ ਹੁਣ ਤੁਸੀਂ ਕਿਤੇ ਇਹ ਨਾ ਟਵੀਟ ਕਰ ਦਿਓ ਬਈ ਮੇਅਰ ਨੇ ਅਰਦਾਸ ਕੀਤੀ ਸੀ ਤਾਂ ਇੰਦਰ ਦੇਵਤਾ ਨੇ ਇਹਨਾਂ ਦੀ ਸੁਣ ਲਈ, ਨਹੀਂ ਤਾਂ ਕਿਸੇ ਦੀ ਸੁਣਦੇ ਹੀ ਨਹੀਂ ਉਹ, ਤਾਂ ਕਰਕੇ ਸਾਡੀਆਂ ਸਟਰੀਟ ਸਾਫ਼ ਹੋ ਗਈਆਂ। ਹੁਣ ਤੁਸੀਂ ਦੇਖੋ ਸਰੀ ਦੇ ਵਿੱਚ ਜਾ ਕੇ ਆਲੇ ਦੁਆਲੇ ਹਰ ਇੱਕ ਪਾਸੇ ਕੁਛ ਨਾ ਕੁਛ ਹੁੰਦਾ ਸਟਰੀਟ ਤੇ। ਹਾਂਜੀ, ਕਿਤੇ ਨਾ ਕਿਤੇ ਲੁੱਕ ਪਾਉਣ ਲੱਗੇ ਆ। ਉਹ ਤੋਂ ਪਤਾ ਲੱਗ ਜਾਂਦਾ ਵੀ ਇਸ ਸਾਲ ਇਲੈਕਸ਼ਨ ਹੋਣ ਲੱਗੀ ਜੀ। ਜਿਸ ਸਾਲ ਇਲੈਕਸ਼ਨ ਹੋਣੀ ਹੈ ਨਾ, ਕੰਸਟਰਕਸ਼ਨ ਦਾ ਕੰਮ ਉਸ ਸਾਲ ਹੁੰਦਾ ਬਹੁਤ ਆ। ਜਿਹੜੀ ਮਰਜ਼ੀ ਰੋਡ ਤੇ ਆਪਾਂ ਜਾ ਕੇ ਦੇਖ ਲਈਏ, ਉਹੀ ਆ ਕਿ ਇਹਨਾਂ ਨੂੰ ਆਪਣੇ ਅਧਿਕਾਰ ਖੇਤਰ ਦੇ ਵਿੱਚ ਜਿਹੜਾ ਕੁਛ ਇਹ ਕਰ ਸਕਦੇ ਇਹਨਾਂ ਨੂੰ ਉਹੀ ਕਰਨਾ ਚਾਹੀਦਾ, ਨਾ ਕਿ ਉਹ ਕਰਦੇ ਨਹੀਂ। ਉਹ ਕਰਦੇ ਨਹੀਂ, ਉਹਦੇ ਵੱਲ ਧਿਆਨ ਦਿੰਦੇ ਨਹੀਂ। ਪਰ ਜਿਹੜਾ ਅਧਿਕਾਰ ਖੇਤਰ ਹੈ ਨਹੀਂ ਉੱਥੇ ਜਾ ਕੇ ਜੰਪਿੰਗ ਜ਼ਰੂਰ ਕਰਦੇ ਆ। ਰੁਖ ਕਰਦੇ ਆ ਜੀ ਅਗਲੀ ਖਬਰ ਵੱਲ। BC ਕਾਰਨਰ ਵੱਲੋਂ ਡਰੱਗ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਪ੍ਰਗਟ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਕਿਹਾ ਕਿ ਸਖਤ ਕਦਮ ਚੁੱਕਣ ਦੀ ਲੋੜ ਹੈਗੀ ਆ। ਇਹ ਪੂਰੀ ਜਿਹੜੀ ਖਬਰ ਹੈ ਇਹਦੇ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ ਕਿ ਹੈ ਕੀ। ਉਹਨਾਂ ਨੇ ਕੱਲ ਇੱਕ ਰਿਪੋਰਟ ਪੇਸ਼ ਕੀਤੀ ਹੈ, ਉਹਦੇ ਵਿੱਚ 2 ਗੱਲਾਂ ਉਹਨਾਂ ਨੇ ਕੀਤੀਆਂ ਕਿ ਇੱਕ ਤਾਂ ਸਪਲਾਈ ਬਹੁਤ ਜ਼ਿਆਦਾ ਹੈ, ਜਿਹੜੀ ਡਰੱਗਸ ਲੋਕੀ ਬੱਚੇ ਖਾਂਦੇ ਆ। ਬੱਚੇ ਅਸੀਂ ਕਹਿੰਦੇ ਆ ਇੱਥੇ ਤਾਂ ਬਹੁਤ, ਜਿਹੜੀ ਮਰਨ ਵਾਲਿਆਂ ਦੀ ਗਿਣਤੀ ਆ ਉਹ 30 ਤੋਂ 60 ਸਾਲ ਤੋਂ ਜ਼ਿਆਦਾ ਹੈ। ਉਹਨਾਂ ਨੂੰ ਬੱਚੇ ਨਹੀਂ ਕਿਹਾ ਜਾ ਸਕਦਾ। ਮਰਦਾਂ ਦੀ ਜ਼ਿਆਦਾ ਹੈ। 6 ਬੰਦੇ ਹਰ ਰੋਜ਼ BC ਦੇ ਵਿੱਚ ਮਰ ਜਾਂਦੇ। ਇੱਥੇ 2 ਮੁੰਡੇ ਮਰੇ ਸੀ 2018 ਦੇ ਵਿੱਚ ਗੈਂਗ ਵਾਇਲੈਂਸ ਦੇ ਵਿੱਚ। RCMP ਨੇ ਇਹ ਸਾਨੂੰ ਦੱਸਿਆ ਕਿ ਉਹ ਟਾਰਗੇਟਡ ਕਿਲਿੰਗ ਸੀ, ਉਹਦੇ ਤੇ ਹਜ਼ਾਰਾਂ ਲੋਕ ਇਕੱਠੇ ਹੋ ਕੇ ਮੁਜ਼ਾਹਰਾ ਕਰਨ ਗਏ। ਹਾਂਜੀ, ਤੁਸੀਂ ਦੇਖੋ ਹਰ ਰੋਜ਼ 6 ਬੰਦੇ ਮਰਦੇ ਆ ਡਰੱਗ ਖਾ ਕੇ। ਕੋਈ ਬੰਦਾ, ਕੋਈ ਮਦੱਬਰ, ਕੋਈ ਆਪਣੇ ਆਪ ਨੂੰ ਲੀਡਰ ਖਾਉਣ ਵਾਲਾ, ਕੋਈ ਸੇਫ ਸਰੀ ਵਾਲਾ ਉੱਠਿਆ ਜਿਹਨੇ ਇਹ ਗੱਲ ਕੀਤੀ ਹੋਵੇ ਕਿ ਇਹ ਕਿਉਂ ਮਰਦੇ ਆ। ਇਸ ਬਾਰੇ ਤਾਂ ਗੱਲ ਵੀ ਨਹੀਂ ਕਰਦੇ। ਖਤਮ ਕਰੋ ਤੁਸੀਂ ਜੀ। ਇਹ ਗੱਲ ਕਰਨੀ ਚਾਹੀਦੀ ਨਾ। ਹਾਂਜੀ, 6 ਬੰਦੇ, ਮੈਂ ਖੁਦ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦੇ ਬੱਚੇ ਮਰ ਗਏ, ਜਿਨ੍ਹਾਂ ਦੇ ਘਰ ਦਾ ਮਰ ਗਿਆ ਕੋਈ, ਜਿਹੜੇ
ਬਹੁਤ ਬੰਦਿਆਂ ਦਾ ਤਾਂ ਸਾਡੇ ਫੈਮਲੀਜ਼ ਦੇ ਵਿੱਚੋਂ ਤਾਂ ਇਹ ਹੁੰਦਾ ਕਿ ਉਹਨੂੰ ਛਪਾਉਣ ਦੀ ਗੱਲ ਵੀ ਹੁੰਦੀ ਹੈ, ਕਹਿਣਾ ਹਾਰਟ ਅਟੈਕ ਹੋ ਗਿਆ, ਫਲਾਨਾ ਹੋ ਗਿਆ, ਪਰ ਉਹ ਹੌਲੀ ਹੌਲੀ ਗੱਲ ਨਿਕਲ ਹੀ ਆਉਂਦੀ ਹੈ ਜਦੋਂ ਤੁਸੀਂ ਜਾ ਕੇ ਬਹਿੰਦੇ ਆ। ਫਿਰ ਉਹ ਅਗਲੇ ਦੂਸਰੇ ਬੰਦੇ ਦੱਸ ਦਿੰਦੇ ਕਿ ਡਰੱਗ ਖਾ ਕੇ ਮਰ ਗਿਆ ਸੀ। ਅੱਛਾ, ਇੱਕ ਤਾਂ ਸਪਲਾਈ ਬਹੁਤ ਜ਼ਿਆਦਾ ਹੈ ਇੱਥੇ, ਦੂਸਰੀ ਉਹਨਾਂ ਨੇ ਗੱਲ ਕੀਤੀ ਕਿ ਇਹਦੇ ਰੋਕਥਾਮ ਲਈ ਕੁਝ ਨਹੀਂ ਹੋ ਰਿਹਾ। ਜੇ ਤੁਹਾਡਾ ਬੱਚਾ ਖਾਂਦਾ ਆ ਡਰੱਗ, ਤੇ ਇਟਾਲੀਅਨ ਸਟੱਡੀ ਇੱਕ ਕਹਿੰਦੀ ਆ, ਉਹ ਕਹਿੰਦੇ ਕਿ 2 ਸਾਲ ਲੱਗਦੇ ਘੱਟੋ ਘੱਟ, ਕਿ ਜੇ ਤੁਸੀਂ ਉਹਨਾਂ ਨੂੰ ਰੀਹੈਬ ਦੇ ਵਿੱਚ ਪਾਇਆ ਆ। ਇਦਾਂ ਨਹੀਂ ਵੀ ਤੁਸੀਂ ਰੀਹੈਬ ਛੱਡ ਕੇ ਆਉਣੇ ਤੇ ਦੂਜੇ ਦਿਨ ਬੱਚਾ ਠੀਕ ਹੋ ਜਾਂਦਾ, ਇਹਨੂੰ ਬਹੁਤ ਚਿਰ ਲੱਗਦਾ। ਹੁਣ ਭਗਵੰਤ ਮਾਨ ਬਣ ਗਿਆ ਚੀਫ ਮਿਨਿਸਟਰ, ਤਾਂ ਉਹਨੇ ਸ਼ਰਾਬ ਨਹੀਂ ਛੱਡਣੀ, 5 ਸਾਲ ਜ਼ਿਆਦਾ ਪੀਊਗਾ, ਕਿਉਂਕਿ ਅਲਕੋਹਲਿਕ ਬੰਦਾ ਆ। ਸ਼ਰਾਬ ਪੀਣੀ ਕੋਈ ਮਾੜੀ ਗੱਲ ਨਹੀਂ ਹੈ, ਮੈਂ ਖਿਲਾਫ ਨਹੀਂ ਕਿਸੇ ਦੇ, ਪਰ ਜਿਹੜਾ ਸਵੇਰ ਨੂੰ ਬ੍ਰੇਕਫਾਸਟ ਨਾਲ ਵਧੀਆ ਪੀਵੇ ਉਹ ਅਲਕੋਹਲਿਕ ਹੈ। ਜਿੱਦਾਂ ਬੱਚਾ ਕੋਈ ਜਾਂ ਜਵਾਨ ਜਿਹੜਾ ਡਰੱਗ ਲੈਂਦਾ ਆ, ਉਹ ਉਸ ਗੱਲ ਤੇ ਨਿਰਭਰ ਹੈ, ਉਹ ਡਿਪੈਂਡੈਂਸ ਹੈ। ਉਹ ਡਿਪੈਂਡੈਂਸ ਜਿਹੜੀ ਛੱਡਣ ਲਈ 2 ਸਾਲ ਦੀ ਰੀਹੈਬ ਕਰਨੀ ਪੈਂਦੀ ਆ। ਹੋ ਸਕਦਾ ਕਿਸੇ ਦਾ 6 ਮਹੀਨੇ 'ਚ ਠੀਕ ਹੋ ਜਾਵੇ, ਕਈਆਂ ਨੂੰ ਪੂਰੇ 2 ਸਾਲ ਹੀ ਲੱਗਣ, ਕਈਆਂ ਨੂੰ 1.5 ਸਾਲ ਲੱਗੇ। ਜੇ ਤੁਸੀਂ BC ਦੇ ਵਿੱਚ ਤੁਹਾਡਾ ਬੱਚਾ, ਇੱਥੇ ਇੱਕ ਔਰਤ ਨੇ ਵਿਚਾਰੀ ਨੇ TV ਤੇ ਗੱਲ ਕਹੀ ਇਹ ਗੱਲ, ਉਹ ਕਹਿੰਦੀ ਕਿ ਮੇਰਾ ਮੁੰਡਾ ਮਰ ਗਿਆ, ਅਸੀਂ ਸਪੇਸ ਲੱਭਦੇ ਫਿਰਦੇ ਸੀ। ਉਹ ਇੱਥੇ ਸਪੇਸ ਜਿਹੜੀਆਂ ਪ੍ਰਾਈਵੇਟ ਸਪੇਸਿਸ ਹੈਗੀਆਂ ਜਿਨ੍ਹਾਂ ਦੇ ਵਿੱਚ 5000 10,000 ਮਹੀਨੇ ਦਾ ਲੱਗਦਾ। ਹੁਣ ਇੱਕ ਆਮ ਬੰਦਾ, ਤੁਸੀਂ ਸਾਰੇ ਬੰਦੇ ਸੋਚਦੇ ਹੋਣੇ ਆ ਕਿ ਅਸੀਂ ਰੌਲਾ ਪਾਉਂਦੇ ਕਿ ਸਾਡੇ ਪਬਲਿਕ ਹੈਲਥ ਕੇਅਰ ਸਿਸਟਮ ਹੈ। ਜੇ ਤੁਸੀਂ ਬਿਮਾਰ ਹੋ ਕੇ ਦੇਖ ਲਓ, ਇਹ ਕੁਝ ਪੇ ਨਹੀਂ ਕਰਦੇ। ਇਹ ਪਬਲਿਕ ਹੈਲਥ ਕੇਅਰ ਕਿਸ ਚੀਜ਼ ਦਾ? ਪਬਲਿਕ ਹੈਲਥ ਕੇਅਰ ਸਿਸਟਮ ਦੇਖ ਲਓ, MRI ਕਰਾਉਣੀ ਹੋਵੇ ਇੱਥੇ ਤੁਹਾਨੂੰ ਟਾਈਮ ਹੀ ਨਹੀਂ ਮਿਲਦਾ, ਵੇਟਿੰਗ ਕਾਫੀ ਜ਼ਿਆਦਾ, ਵੇਟਿੰਗ ਬਹੁਤ ਜ਼ਿਆਦਾ ਹੈ। ਉਹ ਬੰਦੇ ਦੀ ਮੌਤ ਹੋ ਜਾਂਦੀ ਉਦੋਂ ਤਾਈਂ ਜਦੋਂ ਤਾਈਂ ਇਹ MRI ਕਰਦੇ ਆ। ਕਈ ਵਾਰੀ ਕਈਆਂ ਦੀ ਜਿਹੜੀ ਹਾਲਤ ਹੁੰਦੀ ਹੈ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ, ਕਿਉਂਕਿ ਜਦੋਂ ਰეკਮੈਂਡ ਕੀਤਾ ਜਾਂਦਾ ਕਿ MRI ਕਰਵਾ ਲੈਣੀ ਚਾਹੀਦੀ ਆ, ਟਾਈਮ ਨਹੀਂ ਮਿਲਦਾ ਹੈਗਾ, ਤੇ ਜਦੋਂ ਤੱਕ ਵਾਰੀ ਆਉਂਦੀ ਆ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਵਰਸ ਹੋ ਜਾਂਦੀ ਆ ਜੀ। ਹੁਣ ਦੇਖੋ ਤੁਸੀਂ ਪ੍ਰਾਈਵੇਟ ਜਿਹੜੀਆਂ MRI ਕਰਦੇ, ਜਿੱਦਾਂ ਇੰਡੀਆ ਦੇ ਵਿੱਚ ਪ੍ਰਾਈਵੇਟ ਕਰਦੇ, ਪੈਸੇ ਤਾਂ ਖੈਰ ਲੈਂਦੇ ਆ ਉਹ, ਪਰ ਤੁਸੀਂ ਇੱਕ ਜਗ੍ਹਾ ਤੇ ਜਾਓ, ਅਸੀਂ ਵੀ ਪੈਸੇ ਦਿੰਦੇ ਹੀ ਆ। ਮੈਂ ਹਰ 2 ਹਫ਼ਤਿਆਂ ਬਾਅਦ ਜਿਹੜੀ ਤਨਖਾਹ ਆਉਂਦੀ ਉਹਦੇ ਵਿੱਚੋਂ ਪੈਸੇ ਕੱਟੇ ਆ, ਪ੍ਰੋਵਿੰਸ਼ੀਅਲ ਸਰਕਾਰ ਨੇ ਵੀ ਕੱਟੇ, ਉਹਦੇ ਵਿੱਚੋਂ ਹੈਲਥ ਕੇਅਰ ਲਈ ਵੀ ਜਾਂਦੇ ਆ, ਐਜੂਕੇਸ਼ਨ ਲਈ ਵੀ ਜਾਂਦੇ ਆ। ਸੋ ਮੈਂ ਜਿਹੜੇ ਪਿਛਲੇ ਇੰਨੇ ਸਾਲਾਂ ਦੇ ਪੈਸੇ ਦਿੰਦਾ ਰਿਹਾ, ਜਦੋਂ ਐਂਬੂਲੈਂਸ ਸੱਦੀ ਆ ਉਹ ਆਈ ਨਹੀਂ। ਇੱਕ ਵਾਰੀ ਜ਼ਿੰਦਗੀ ਦੇ ਵਿੱਚ ਲੋੜ ਪੈਂਦੀ ਆ, ਉਹ ਪਹੁੰਚੀ ਨਹੀਂ। ਮੇਰੇ ਭਾਰਤ ਤਾਂ ਇੱਥੇ ਪਬਲਿਕ ਸਿਸਟਮ ਕੋਈ ਨਹੀਂ ਹੈ ਨਾ, ਉਹ ਜਿਹੜੇ ਪੈਸੇ ਮੇਰੇ ਮੋੜੋ ਤਾਂ ਮੈਂ ਪ੍ਰਾਈਵੇਟ ਕਰਾ ਲੈਣਾ ਇਲਾਜ। ਇਹ ਬੰਦਾ ਸੋਚਦਾ ਆ ਕਿ ਇਹ ਜਿੰਨੇ ਪਬਲਿਕ ਜਿਹੜੀ ਰੌਲਾ ਪਾਇਆ ਨਾ, ਪਬਲਿਕ ਸਾਡੇ ਕੋਲ ਹੈਲਥ ਕੇਅਰ ਸਿਸਟਮ ਆ, ਉਹ ਇਹਨਾਂ ਨੇ ਯੂਨੀਅਨ ਦੇ ਲੀਡਰਸ ਨੇ ਰੌਲਾ ਪਾਇਆ, ਕਿਉਂਕਿ ਨਰਸਾਂ ਨੂੰ ਪੈਸੇ ਚੰਗੇ ਮਿਲਦੇ ਆ, ਡਾਕਟਰਾਂ ਨੂੰ ਪੈਸੇ ਚੰਗੇ ਮਿਲਦੇ ਆ, ਐਡਮਿਨਿਸਟ੍ਰੇਸ਼ਨ ਵਾਲਿਆਂ ਨੂੰ ਚੰਗੇ ਪੈਸੇ ਮਿਲਦੇ ਆ। ਇਹ ਉਹਨਾਂ ਲਈ ਤਾਂ ਸਿਸਟਮ ਹੈਗਾ ਬੜਾ ਵਧੀਆ ਕਿ ਇੱਕ ਜਿਹੜਾ ਸਿਸਟਮ ਜਿੱਥੇ BC ਦੇ ਵਿੱਚੋਂ 100 ਦੇ ਵਿੱਚੋਂ 70% ਪੈਸਾ ਐਜੂਕੇਸ਼ਨ ਤੇ ਹੈਲਥ ਕੇਅਰ ਦੇ ਵਿੱਚ ਲੱਗ ਰਿਹਾ। ਹੈਲਥ ਕੇਅਰ ਦੇ ਵਿੱਚ ਹਰ ਸਾਲ ਬਜਟ ਵਧਾਉਂਦੇ ਆ। ਕੀ ਇਹ MRI ਦੀਆਂ ਮਸ਼ੀਨਾਂ ਨਹੀਂ ਖਰੀਦ ਸਕਦੇ? ਤੁਸੀਂ ਦਿੱਲੀ ਜਾਓ, ਹਰੇਕ ਕਾਰਨਰ ਤੇ MRI ਦੀ ਕਲੀਨਿਕ ਆ। ਪੈਸੇ ਬਣਾਉਂਦੇ ਆ ਕਿਉਂਕਿ ਪ੍ਰਾਈਵੇਟ ਹੈ ਉਹ, ਪਰ ਇਹਨਾਂ ਦੇ ਕੋਲੋਂ ਬਿਲੀਅਨਸ ਆਫ ਡਾਲਰਸ ਦਾ ਇਹਨਾਂ ਦਾ ਬਜਟ ਹੈ। ਕੀ ਇਹ ਨਹੀਂ MRI ਖਰੀਦ ਸਕਦੇ? ਇੱਥੇ ਲੈਡਨਰ ਦੇ ਵਿੱਚ ਇੱਕ ਹਸਪਤਾਲ ਆ, ਉਹਦੇ ਵਿੱਚ ਹਸਪਤਾਲ ਦੇ ਵਿੱਚ MRI ਹੈ ਨਹੀਂ। ਉਹ ਮਰੀਜ਼ ਨੂੰ ਲੈ ਕੇ ਸਰੀ ਦੇ ਵਿੱਚ ਆਉਂਦੇ ਨੇ, ਸਰੀ ਦੇ ਵਿੱਚ ਵੀ ਇੱਕੋ ਹੀ ਹੈ ਇਹਨਾਂ ਦੇ ਕੋਲ। ਕੈਨ ਯੂ ਇਮੇਜਿਨ ਵੀ ਤੁਸੀਂ ਇੱਕ ਦੁਨੀਆ ਦਾ ਕਹਿੰਦੇ ਅਮੀਰ ਮੁਲਕ ਹੈ, ਉਹਦੇ ਕੋਲ MRI ਨਾ ਹੋਵੇ। ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਆ? ਇਹਦਾ ਮਤਲਬ ਕਦੇ ਇਹਨਾਂ ਨੇ ਸੋਚਿਆ ਹੀ ਨਹੀਂ, ਕਦੇ ਇਹਨਾਂ ਨੇ ਰਿਵਿਊ ਹੀ ਨਹੀਂ ਕੀਤਾ ਕਿ ਅਸੀਂ ਫੰਡਸ ਕਿਹਨੂੰ ਦੇ ਰਹੇ ਹਾਂ, ਕਿਹੜਾ ਬੰਦਾ ਜਿਹੜਾ ਖਾ ਰਿਹਾ ਪੈਸੇ। ਉਹ ਇਸੇ ਗੱਲ ਤੇ ਜਿਹੜੀ ਅਸੀਂ ਗੱਲ ਕਰਦੇ ਹਾਂ ਰੀਹੈਬ ਦੀ, ਰੀਹੈਬ ਇੱਕ ਸੋਲੂਸ਼ਨ ਹੈ ਜਿਹੜਾ ਹੁਣ ਸਪਲਾਈ ਨੂੰ ਇੱਥੇ ਰੋਕ ਨਹੀਂ ਸਕਦੇ, ਕਿਉਂਕਿ ਜਿਹੜੀ ਇਹ ਇੰਟਰਨੈਸ਼ਨਲ ਗੱਲ ਹੋ ਰਹੀ ਹੈ। ਸਾਡੇ ਗੁਆਂਢ ਦੇ ਵਿੱਚ ਮੁਲਕ ਦੇ ਵਿੱਚ ਵੀ ਇਹੀ ਪ੍ਰੋਬਲਮ ਹੈ। ਹੋਰ ਵੀ ਆਸੇ ਪਾਸੇ ਦੇਖੋ,
ਸਪਲਾਈ ਬਹੁਤ ਹੈ। ਸਪਲਾਈ ਤਾਂ ਇੱਥੋਂ ਤਾਈਂ ਆ ਕਿ ਜੇਲ੍ਹਾਂ ਦੇ ਵਿੱਚ ਲੋਕੀ ਬੈਠੇ ਨਾ, ਜੇਲ੍ਹਾਂ 'ਚ ਜਾ ਕੇ ਸਪਲਾਈ ਕਰੇ ਆਉਂਦੇ ਆ। ਜਿੱਦਾਂ ਪਹਿਲਾਂ ਪੀਜ਼ਾ ਮੰਗਵਾਉਂਦੇ ਹੁੰਦੇ ਸੀ, ਹੁਣ ਫੋਨ ਕਰਕੇ ਤੁਸੀਂ ਡਰੱਗ ਮੰਗਾ ਲਓ, ਤੁਹਾਨੂੰ ਪਹੁੰਚ ਜਾਂਦੀ ਹੈ। ਜੇ ਬੱਚਾ ਤੁਹਾਡਾ ਡਰੱਗ ਲੈਂਦਾ ਹੈ, ਉਹਨੂੰ ਤੁਸੀਂ ਨਿਗਰਾਨੀ ਰੱਖਦੇ ਆ, ਘਰ ਦੇ ਵਿੱਚ ਰੱਖਦੇ ਆ। ਹੁਣ ਕਿੰਨਾ ਕੁ ਚਿਰ ਉਹਨੂੰ ਨਿਗਰਾਨੀ ਰੱਖੋਗੇ? ਉਹਨੂੰ ਫੋਨ ਤਾਂ ਦੇਣਾ ਹੀ ਆ। ਉਹ ਫੋਨ ਕਰਦਾ ਹੈ, ਉਦੋਂ ਪੀਤੇ ਨਾਲ ਪਹਿਲਾਂ ਡਿਲੀਵਰ ਕਰ ਦਿੰਦੇ ਆ ਉਹ ਡਰੱਗ ਵਾਲੇ। ਇਹ ਤਾਂ ਹੈਗੀ ਹੈ ਸਾਡੀ ਲਾਅ ਐਨਫੋਰਸਮੈਂਟ ਦੀ ਗੱਲ, ਜਿਹੜੀ ਕਿ ਸ਼ਾਇਦ ਮੇਰਾ ਖਿਆਲ ਕਿਸੇ ਵੀ ਸਿਟੀ ਤੋਂ ਕੰਟਰੋਲ ਨਹੀਂ ਹੋਣੀ, ਜਿਸ ਤਰੀਕੇ ਨਾਲ ਸਪਲਾਈ ਕੀਤੀ ਜਾਂਦੀ ਹੈ ਡਰੱਗਸ ਦੀ। ਜਿਹੜੇ ਰੀਹੈਬ ਕਰ ਸਕਦੇ ਆ, ਉਹ ਜਿਹੜੀ ਵੀ ਸਰਕਾਰ ਹੋਵੇ ਪਾਵਰ ਦੇ ਵਿੱਚ, ਚਾਹੇ BC ਲਿਬਰਲ ਹੋਣ, ਚਾਹੇ NDP ਹੋਵੇ, ਉਹਨਾਂ ਦਾ ਜਵਾਬ ਇਹੀ ਹੁੰਦਾ ਜੀ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ। ਕੋਸ਼ਿਸ਼ ਨਹੀਂ ਕਰਦੇ। ਸਕੈਂਡੀਨੇਵੀਅਨ ਕੰਟਰੀਜ਼ ਦੇ ਵਿੱਚ ਸਾਡੇ ਨਾਲੋਂ ਉਹ ਵੀ ਪਬਲਿਕ ਹੈਲਥ ਕੇਅਰ ਸਿਸਟਮ ਹੈ। ਉਹਨਾਂ ਨੇ ਪਬਲਿਕ ਹੈਲਥ ਕੇਅਰ ਦੇ ਵਿੱਚ MRIs ਵੀ ਖਰੀਦੀਆਂ ਆ ਤਾਂ ਰੀਹੈਬ ਵੀ ਕਰਦੇ ਆ। ਮਤਲਬ ਉਹ ਰਿਵਿਊ ਕਰਦੇ ਰਹਿੰਦੇ ਆ। ਜੇ ਰਿਵਿਊ ਤੇ ਤਾਂ ਕੋਈ ਕੋਸਟ ਨਹੀਂ ਆਉਂਦੀ। ਰਿਵਿਊ ਕਰੋ ਵੀ ਅਸੀਂ ਪੈਸੇ ਜਿਹੜੇ ਜਾਂਦੇ ਆ ਇਹਨੂੰ ਕਿਸ ਤਰੀਕੇ ਨਾਲ ਵਧੀਆ ਕਰ ਸਕਦੇ। ਜੇ ਲੋਕਾਂ ਨੂੰ ਮਸ਼ੀਨਰੀ ਦੀ ਲੋੜ ਆ, ਕੋਈ ਨਾ ਕੋਈ ਮੈਡੀਕਲੀ ਡਾਇਗਨੋਸਿਸ ਦੀ ਲੋੜ ਹੈ, ਉਹ ਮਸ਼ੀਨਰੀ ਸਾਡੇ ਕੋਲ ਹੋਣੀ ਚਾਹੀਦੀ ਆ। ਜੇ ਮੈਂ ਅੱਜ ਕੈਂਸਰ ਡਿਟੈਕਟ ਕਰਾਉਣੀ ਹੋਵੇ, ਸ਼ਾਇਦ ਉਹਦਾ ਇਲਾਜ ਹੋਵੇ। ਜੇ ਮੇਰੀ 14 ਮਹੀਨਿਆਂ ਬਾਅਦ MRI ਦਾ ਪਤਾ ਲੱਗਣਾ, ਉਹ ਫੋੜਾ ਵੱਧ ਕੇ 2 ਕਿਲੋ ਦਾ ਹੋਇਆ, ਫਿਰ ਉਹਦਾ ਇਲਾਜ ਹੋਣਾ ਨਹੀਂ। ਇਹ ਤਾਂ ਇਹਨਾਂ ਤੇ ਹੈਲਥ ਕੇਅਰ ਤੇ ਡਿਪੈਂਡ ਕਰਦਾ ਨਾ ਜੀ। ਇਸ ਸਮੇਂ ਤੁਸੀਂ ਸੁਣਦੇ ਹੋ ਰੇਡੀਓ ਇੰਡੀਆ KRPA 1110 AM, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਡਾਕਟਰ ਸਾਹਿਬ, ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਟਰਕੀ ਨੇ ਕਿਹਾ ਕਿ ਜੇ ਰਸ਼ੀਆ ਤੇ ਸੈਂਕਸ਼ਨਸ ਲਗਾਏ ਗਏ ਤਾਂ ਇਹਦੇ ਬਹੁਤ ਭਿਆਨਕ ਨਤੀਜੇ ਨਿਕਲਣਗੇ। ਪੂਰੀ ਖਬਰ ਬਾਰੇ ਦੱਸੋ। ਇੱਕ ਗੱਲ ਤੇ ਐਰਡੋਗਨ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਚੇਤਾਵਨੀ ਦਿੱਤੀ ਸਾਰੇ ਲੋਕਾਂ ਨੂੰ ਕਿ ਜਿਸ ਦਿਨ ਤਾਈਂ ਤੇ ਅਮਰੀਕਾ ਨੂੰ ਲੱਗਦਾ ਸੀ ਕਿ ਰਸ਼ੀਅਨ ਆਇਲ ਉਹਨਾਂ ਦੇ ਸਟ੍ਰੈਟੇਜਿਕ ਇੰਟਰਸਟ ਦੇ ਵਿੱਚ ਹੈ, ਉਹਨਾਂ ਦੇ ਹਿੱਤਾਂ ਦੇ ਵਿੱਚ ਹੈ, ਉਦੋਂ ਤਾਈਂ ਉਹ ਬੰਦ ਨਹੀਂ ਕੀਤਾ ਉਹਨਾਂ ਨੇ। ਹੁਣ ਬੰਦ ਕੀਤਾ ਇਹ ਸੋਚ ਕੇ ਕਿ ਕਈ ਮੁਲਕਾਂ ਨੂੰ ਜਿਹੜੇ ਆਇਲ ਪ੍ਰੋਡਿਊਸਿੰਗ ਮੁਲਕ ਹੈ, ਨਾਨ ਰਸ਼ੀਅਨ ਹੈ, ਉਹਨਾਂ ਤੇ ਦਬਾਅ ਪਾਇਆ ਜਾਊਗਾ ਕਿ ਜਿੰਨਾ ਰਸ਼ੀਆ ਵਾਲੇ ਪ੍ਰੋਡਿਊਸ ਕਰਦੇ ਸੀ ਉਹਨਾਂ ਤੁਸੀਂ ਪ੍ਰੋਡਿਊਸ ਜ਼ਿਆਦਾ ਕਰੋ ਸਪਲਾਈ, ਤਾਂ ਕਿ ਡਿਮਾਂਡ ਜਿਹੜੀ ਆ ਉਹ ਤਾਂ ਵਧ ਹੀ ਰਹੀ ਆ ਕਿਉਂਕਿ ਪੈਂਡੈਮਿਕ ਖਤਮ ਹੋਣ ਲੱਗਾ। ਇਸ ਕਰਕੇ ਉਹਦੀਆਂ ਪ੍ਰਾਈਸਿਸ ਜਿਹੜੀਆਂ ਵਧ ਰਹੀਆਂ ਉਹ ਥੋੜ੍ਹੀਆਂ ਸਥਿਰ ਰਹਿਣ। ਇੱਕ ਤੁਸੀਂ ਦੇਖਿਆ ਹੋਣਾ, ਜਦੋਂ ਸਿਕਿਉਰਿਟੀ ਕੌਂਸਲ ਨੇ ਇੱਕ ਮਤਾ ਪਾਸ ਕੀਤਾ ਸੀ, ਪਾਸ ਨਹੀਂ ਹੋਣ ਦਿੱਤਾ, ਵੀਟੋ ਕਰਤੀ ਉਹਨਾਂ ਨੇ ਰਸ਼ੀਆ ਵਾਲਿਆਂ ਨੇ ਜੀ, ਕਿ ਰਸ਼ੀਆ ਦੀ ਨਿਖੇਧੀ ਕਰਦੇ ਹਾਂ ਅਸੀਂ ਯੂਕਰੇਨ ਤੇ ਹਮਲਾ ਕਰਨ ਤੇ। ਉਸ ਵੇਲੇ 3 ਮੁਲਕਾਂ ਨੇ, ਰਸ਼ੀਆ ਨੇ ਤਾਂ ਚਲੋ ਵੀਟੋ ਕੀਤਾ, ਉਹ ਖਿਲਾਫ ਹੈ, ਉਹ ਫਿਰ ਮਤਾ ਪਾਸ ਹੀ ਨਹੀਂ ਹੋ ਸਕਦਾ। 3 ਮੁਲਕਾਂ ਨੇ ਐਬਸਟੇਨ ਕੀਤਾ, ਜਿਨ੍ਹਾਂ ਨੇ ਕਿਹਾ ਵੀ ਅਸੀਂ ਨਹੀਂ, ਨਾ ਉਧਰ ਆ ਨਾ ਉਧਰ ਆ। ਉਹਨਾਂ ਚੋਂ ਚਾਈਨਾ, ਇੰਡੀਆ ਤੇ UAE, ਯੂਨਾਈਟਿਡ ਅਰਬ ਐਮਰੇਟ, ਜਿਹੜਾ ਜਿਨ੍ਹਾਂ ਦੇ ਵਿੱਚ ਦੁਬਈ ਵੀ ਇੱਕ ਹੈ, 7 ਮੁਲਕ ਹੈ ਉਹਦੇ ਵਿੱਚ, UAE ਦੇ ਵਿੱਚ। ਉਹਨਾਂ ਤੇ ਉਸ ਦਿਨ ਦਾ ਬਹੁਤ ਪ੍ਰੈਸ਼ਰ ਬਣ ਰਿਹਾ ਸੀ, ਖਾਸ ਤੌਰ ਤੇ UAE ਤੇ। ਹੁਣ ਉਹ ਅਮਰੀਕਾ ਵਾਲਿਆਂ ਨਾਲ ਵੀ ਆ, ਪਰ ਰਸ਼ੀਆ ਵਾਲਿਆਂ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਇਹ ਉਹਨਾਂ ਦੇ ਮਨ ਦੇ ਵਿੱਚ ਹੈ ਕਿ ਰਸ਼ੀਆ ਤੇ ਚੀਨ ਨੂੰ ਨਾਰਾਜ਼ ਕਰਨਾ ਬਹੁਤ ਵੱਡੀ ਗਲਤੀ ਹੈ। ਫਿਰ ਉਹਨਾਂ ਦੇ ਨਾਲ ਇੰਡੀਆ ਆ, ਉਹਨਾਂ ਦੀ ਮਾਰਕੀਟ ਬੜੀ ਵੱਡੀ ਹੈ। ਇੰਡੀਆ ਦੇ ਵਿੱਚ ਆਇਲ ਕਿੰਨਾ ਇੰਪੋਰਟ ਕਰਦੇ ਜੀ, ਤੇ ਉਹਨਾਂ ਤੇ ਪ੍ਰੈਸ਼ਰ ਬਣਦਾ ਸੀ। ਤਾਂ ਉਹਨਾਂ ਨੇ ਡਰਦਿਆਂ ਨੇ ਮਾਰਿਆਂ ਨੇ ਕਹਿਤਾ ਕਿ ਅਸੀਂ ਆਇਲ ਪ੍ਰੋਡਕਸ਼ਨ ਵਧਾ ਦਿਆਂਗੇ, ਪਰ ਉਹਨਾਂ ਦੀ ਪ੍ਰੋਡਕਸ਼ਨ ਵਧਾਇਆ ਤੇ ਕੀਮਤ ਥੱਲੇ ਨਹੀਂ ਆਉਣੀ। ਉਹਨਾਂ ਤੋਂ ਇੰਨੀ ਕਪੈਸਿਟੀ ਨਹੀਂ ਹੈ ਕਿ ਇੰਨੇ ਪੱਧਰ ਤੇ ਉਹ ਪ੍ਰੋਡਕਸ਼ਨ ਵਧਾ ਦੇਣ ਕਿ ਆਇਲ ਦੀ ਜਿਹੜੀ ਕੀਮਤ ਘਟ ਜਾਵੇ, ਇੰਨੀ ਸਪਲਾਈ ਕਰ ਦੇਣ। ਹੁਣ ਇਹ ਮੇਨ ਇਸ਼ੂ ਆ ਗਈ ਆ ਉਹਨਾਂ ਨੂੰ, ਟਰਕੀ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਪਤਾ ਹੈ ਕਿ ਮੇਨ ਇਸ਼ੂ ਜਿਹੜਾ ਇਹ ਹੁਣ ਸਾਊਦੀ ਅਰੇਬੀਆ ਤੇ ਤਾਂ ਇਰਾਨ ਤੇ ਡਿਪੈਂਡ ਕਰਦੇ ਐਕਚੁਅਲੀ। ਤੇ ਸਾਊਦੀ ਅਰੇਬੀਆ ਵਾਲੇ ਵੀ ਦੁਖੀ ਆ ਇਹਨਾਂ ਤੋਂ, ਖਸ਼ੋਗੀ ਦੀ ਅਸੀਂ ਗੱਲ ਕੀਤੀ ਸੀ। ਇਰਾਨ ਵਾਲੇ ਦੁਖੀ ਆ ਕਿਉਂਕਿ ਇਹਨਾਂ ਨੇ ਨਿਊਕਲੀਅਰ ਹਥਿਆਰਾਂ ਦੀ ਜਿਹੜੀ ਉਹਨਾਂ ਦੇ ਨਾਲ ਸੰਧੀ ਕੀਤੀ ਸੀ, ਇਹਨਾਂ ਨੇ ਇੱਕ ਤਰਫੀ ਸੰਧੀ ਬੰਦ ਕਰਤੀ ਉਹਨਾਂ ਦੇ ਨਾਲ। ਹੁਣ ਇਹ ਥੋੜੇ ਜਿਹੇ ਕੰਸੈਸ਼ਨਸ ਤਾਂ ਦੇ ਰਹੇ ਆ, ਪਰ
ਕੀ ਉਹ ਕੰਸੈਸ਼ਨਸ ਕੰਮ ਕਰਨਗੇ, ਕਿਉਂਕਿ ਵੈਨਜ਼ੂਏਲਾ ਜਿਹੜਾ ਹੈ ਇੱਕ ਬਹੁਤ ਵੱਡਾ ਆਇਲ ਪ੍ਰੋਡਿਊਸਿੰਗ ਕੰਟਰੀ ਹੈ, ਔਰ ਜਿਨ੍ਹਾਂ ਤੋਂ ਨੋਨ ਸੋਰਸਸ ਜਿਹੜੇ ਲੋਕੀ ਜੀਓਲੋਜੀ ਸਟੱਡੀ ਕਰਦੇ ਆ, ਉਹ ਕਹਿੰਦੇ ਕਿ ਜਿੰਨਾ ਆਇਲ ਵੈਨਜ਼ੂਏਲਾ ਤੋਂ ਇਸ ਵੇਲੇ ਉਹਨਾਂ ਕਿਸੇ ਹੋਰ ਮੁਲਕ ਤੋਂ ਨਹੀਂ। ਉਹ ਵੈਨਜ਼ੂਏਲਾ ਦੀ ਸਰਕਾਰ ਨੇ ਇਹ ਕਿਹਾ ਕਿ ਅਸੀਂ ਆਇਲ ਸਪਲਾਈ ਜ਼ਿਆਦਾ ਨਹੀਂ ਕਰਨੀ, ਕਿਉਂਕਿ ਹੁਣੇ ਹੀ ਤਾਂ ਮੌਕਾ ਹੈ ਕਿ ਪੈਸੇ ਬਣਾਏ ਜਾਣ ਜੀ। ਉਹ ਕਹਿੰਦੇ ਕਿ ਅਮਰੀਕਾ ਵਾਲਿਆਂ ਨੇ ਕਦੇ ਪ੍ਰਾਈਸ ਘੱਟ ਕੀਤੀ ਹੈ ਜਦੋਂ ਦੁਨੀਆ ਦੇ ਵਿੱਚ ਜਦੋਂ ਸਪਲਾਈ ਚੇਨ ਦੀ ਡਿਮਾਂਡ ਵੱਧ ਜਾਂਦੀ ਆ ਜਾਂ ਸਪਲਾਈ ਘੱਟ ਹੁੰਦੀ ਆ, ਉਦੋਂ ਇਹ ਸਪਲਾਈ ਤੇਜ਼ ਕਰਦੇ ਆ। ਕੋਈ ਵੀ ਇੱਕ ਵੀ ਕਮੋਡਿਟੀ ਤੁਸੀਂ ਐਗਜ਼ਾਮਪਲ ਲੈ ਕੇ ਦੇਖ ਲਓ, ਜਿਹੜੀ ਅਮਰੀਕਾ ਵਾਲੇ ਜਾਂ ਵੈਸਟਰਨ ਯੂਰਪ ਵਾਲੇ ਕਰਦੇ ਹੋਣ, ਇਹ ਲੋਕਾਂ ਨੂੰ ਤਾਂ ਡਿਮਾਂਡ ਕਰਨ ਲੱਗ ਪੈਂਦੇ ਆ, ਪਰ ਆਪਣੇ ਆਪ ਕਦੇ ਇਹਨਾਂ ਨੇ ਘੱਟ ਕੀਤੀ ਹੈ। ਇਹ ਕਹਿ ਦੇਣ ਤਾਂ ਬਈ ਅਸੀਂ ਲੈਟਸ ਸੇ ਕਾਰਾਂ ਬਣਾਉਂਦੇ ਆ ਜਾਂ ਬੱਸਾਂ ਬਣਾਉਂਦੇ ਆ, ਟਰੱਕ ਬਣਾਉਂਦੇ ਆ, ਦੁਨੀਆ ਨੂੰ ਟਰੱਕਾਂ ਦੀ ਲੋੜ ਆ, ਬੱਸਾਂ ਦੀ ਲੋੜ ਆ, ਅਸੀਂ ਦੁੱਗਣੇ ਕਰ ਦੇਵਾਂਗੇ ਟਰੱਕ ਬਣਾਉਣੇ, ਦੁੱਗਣੀਆਂ ਕਰ ਦੇਵਾਂਗੇ ਬੱਸਾਂ ਬਣਾਉਣੀਆਂ ਤਾਂ ਕਿ ਸਸਤੀਆਂ ਲੋਕਾਂ ਨੂੰ ਮਿਲਣ। ਕਦੇ ਕੀਤਾ ਇਹਨਾਂ ਨੇ? ਕਦੇ ਨਹੀਂ। ਅਮਰੀਕਾ ਨੇ ਨਾ ਕੀਤਾ, ਨਾ ਵੈਸਟਰਨ ਯੂਰਪ ਨੇ ਕੀਤਾ। ਉਹ ਕਹਿੰਦੇ ਜਿੱਦਣ ਸਾਡੀ ਲੋੜ ਪੈਂਦੀ ਆ ਉਦਣ ਉੱਠ ਕੇ ਤੁਰ ਪੈਂਦੇ ਆ ਕਿ ਤੁਸੀਂ ਸਪਲਾਈ ਜ਼ਿਆਦਾ ਕਰਦੇ ਹੋ। ਜਦੋਂ ਤਾਈਂ ਤੇ ਇਹਨਾਂ ਨੂੰ ਲੱਗਦਾ ਕਿ ਸਾਊਦੀ ਅਰੇਬੀਆ ਦੀ ਸਾਨੂੰ ਲੋੜ ਨਹੀਂ ਹੈ, ਉਦੋਂ ਤਾਈਂ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸੀ। ਹਾਂਜੀ। ਤੇ ਹੁਣ ਇੱਕਦਮ ਸ਼ਿਫਟ ਕਰ ਗਏ ਕਿ ਉਹ ਗੱਲ ਛੱਡੋ ਪਰੇ, ਉਹ ਤਾਂ ਹੋ ਗਈ ਪੁਰਾਣੀ। ਹੁਣ ਤੁਸੀਂ ਸਾਡੀ ਮੰਨੋ, ਤੁਸੀਂ ਆਇਲ ਸਪਲਾਈ ਇੰਨੀ ਜ਼ਿਆਦਾ ਤੇਜ਼ ਕਰੋ। ਅੱਛਾ, ਸਾਊਦੀ ਅਰੇਬੀਆ ਵਾਲੇ ਕਹਿ ਤਾਂ ਦੇਣਗੇ, ਉਹ ਇੱਕ ਗੱਲ ਤੇ ਤਾਂ ਦੁਖੀ ਆ, ਪਰ ਉਹਨਾਂ ਨੇ ਯੈਮਨ ਤੇ ਹਮਲਾ ਕੀਤਾ ਹੈ। ਯੈਮਨ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਮਾਰ ਰਹੇ ਆ, ਉਹ ਵੀ ਮੁਸਲਮਾਨ ਹੀ ਆ, ਉਹ ਵੀ ਮੁਸਲਮਾਨ ਹੀ ਜੀ। ਤੇ ਜੇ ਤਾਂ ਕੋਈ ਕਿਸੇ ਹੋਰ ਮੁਲਕ ਦੇ ਖਿਲਾਫ ਲੜਦੇ ਹੁਣ, ਉਹਨਾਂ ਦੇ ਵਿੱਚ ਐਡਾ ਘਾਣ ਹੋ ਰਿਹਾ, ਇੰਨੇ ਦੇਰ ਦਾ ਹੋ ਰਿਹਾ, ਕਿਸੇ ਇੱਕ ਵੀ ਮੀਡੀਆ ਵਾਲੇ ਨੇ ਉਹਨਾਂ ਦੀ ਖਬਰ ਨਹੀਂ ਦਿੱਤੀ ਜੀ, ਉਹਦੀ ਕਵਰੇਜ ਨਹੀਂ ਹੋਈ, ਕੋਈ ਕਵਰੇਜ ਨਹੀਂ ਹੋਈ ਉਹਨਾਂ ਦੀ। ਹੁਣ ਇਹ ਧਮਕੀ ਵੀ ਦਿੱਤੀ ਇਹਨਾਂ ਦੇ ਥੋੜੇ ਜਿਹੇ ਬੰਦਿਆਂ ਨੇ ਕਿ ਅਸੀਂ ਫਿਰ ਉਹ ਯੈਮਨ ਦਾ ਮਸਲਾ ਉਠਾ ਦੇਣਾ। ਸਾਊਦੀ ਅਰੇਬੀਆ ਨੂੰ ਪਤਾ ਹੈ ਕਿ ਉਹ ਵੀ ਚੋਰ ਆ ਅੰਦਰੋਂ। ਚਲੋ ਇੱਕ ਗੱਲ ਤੇ ਉਹ ਨਾਰਾਜ਼ਗੀ ਵੀ ਉਹਨਾਂ ਨੂੰ, ਪਰ ਦੂਸਰੇ ਗੱਲ ਤੇ ਉਹਨਾਂ ਨੂੰ ਪਤਾ ਕਿ ਯੈਮਨ ਦਾ ਰੌਲਾ ਨਾ ਪਾ ਦੇਣ ਕਿਤੇ। ਸੋ ਇਸ ਗੱਲ ਕਰਕੇ ਉਹ ਵੀ ਕਹਿਣਗੇ ਕਿ ਪ੍ਰੋਡਕਸ਼ਨ ਵਧਾ ਦੇਣਗੇ, ਪਰ ਪ੍ਰੋਡਕਸ਼ਨ ਵਧਾਉਣ ਦੇ ਨਾਲ ਵੀ ਟਰਕੀ ਵਾਲੇ ਪ੍ਰਾਈਮ ਮਿਨਿਸਟਰ ਨੂੰ ਇੰਨਾ ਪਤਾ ਹੈ ਕਿ ਜਿੰਨੀ ਸਪਲਾਈ ਰਸ਼ੀਆ ਵਾਲੇ ਕਰਦੇ ਸੀ ਉਨੀ ਸਪਲਾਈ ਕਦੇ ਵੀ ਹੋਣੀ ਨਹੀਂ। ਸੋ ਉਹਦਾ ਖਮਿਆਜਾ ਜਿਹੜਾ ਭੁਗਤਣਾ ਉਹਨਾਂ ਮੁਲਕਾਂ ਨੂੰ ਪੈ ਰਿਹਾ ਜਿਹੜੇ ਇੰਪੋਰਟ ਕਰਦੇ। ਟਰਕੀ ਇੰਪੋਰਟ ਕਰਦੀ ਹੈ ਗੈਸ, ਆਇਲ, ਇੰਡੀਆ ਵਾਲੇ ਇੰਪੋਰਟ ਕਰਦੇ ਆ। ਬਹੁਤੇ ਮੁਲਕ, ਥੋੜੇ ਜਿਹੇ ਮੁਲਕ ਆ ਜਿਹੜੇ ਐਕਸਪੋਰਟ ਕਰਦੇ ਆ, ਬਹੁਤ ਮੁਲਕ ਦੁਨੀਆ ਦੇ ਜਿਹੜੇ ਇੰਪੋਰਟ ਕਰਦੇ ਆ। ਹੁਣ ਆਇਲ ਦੀ ਅਸੀਂ ਗੱਲ ਕਰਦੇ ਹਾਂ, ਕੱਲਾ ਆਇਲ ਤਾਂ ਹੈ ਹੀ ਨਹੀਂ, ਤੁਸੀਂ ਜਾ ਕੇ ਗੈਸ ਸਟੇਸ਼ਨ ਤੇ ਨਹੀਂ ਦੇਖਦੇ। ਇਹਦੇ ਨਾਲ ਹੋਰ ਵੀ ਕਮੋਡਿਟੀਜ਼ ਜੁੜੀਆਂ ਹੋਈਆਂ ਨੇ। ਜੇ ਟਰੱਕ ਵਾਲੇ ਨੇ ਕਿਸੇ ਨੇ ਕੈਲੀਫੋਰਨੀਆ ਤੋਂ ਇਹ ਸਮਾਨ ਲੈ ਕੇ ਆਉਣਾ, ਪਹਿਲੀ ਤਾਂ ਗੱਲ ਉਹ ਫਾਰਮਰਜ਼ ਨੇ ਉਹਦੀ ਕੀਮਤ ਵਧਾ ਦੇਣੀ ਹੈ, ਕਿਉਂਕਿ ਉਹ ਵੀ ਟਰੈਕਟਰ ਯੂਜ਼ ਕਰਦੇ ਆ, ਕੰਬਾਈਨਸ ਯੂਜ਼ ਕਰਦੇ ਆ। ਇਹ ਹਵਾ ਤੇ ਤਾਂ ਚੱਲਦੀਆਂ ਨਹੀਂ, ਉਹਨਾਂ ਤੇ ਗੈਸ ਹੀ ਪਾਉਣਾ ਪੈਂਦਾ ਜੀ ਬਿਲਕੁਲ। ਉਹ ਕਿਉਂ ਕੋਲੋਂ ਪੈਸੇ ਪੇ ਕਰਨ? ਉਹ ਕਹਿਣਗੇ ਚਲੋ ਗਾਜਰਾਂ ਹੁਣ 1.5 ਦੀਆਂ ਨਹੀਂ 2 ਦੀਆਂ ਹੋ ਗਈਆਂ। ਫਿਰ ਉਹ ਜਿਹੜਾ ਟਰੱਕ ਵਾਲਾ ਉੱਥੋਂ ਲੈ ਕੇ ਆਉਂਦਾ, ਉਹ ਕਹਿੰਦਾ ਅੱਗੇ ਮੈਂ 1500 ਚ ਆਉਂਦਾ ਸੀ, ਹੁਣ 2000 ਚ ਆਇਆ ਕਰੂੰਗਾ, ਕਿਉਂਕਿ ਮੇਰਾ ਗੈਸ ਤਾਂ ਵੱਧ ਗਿਆ। ਏਅਰਲਾਈਨਸ ਤੇ ਉਹਨਾਂ ਦਾ ਖਰਚਾ ਵੱਧ ਜਾਣਾ, ਕਿਉਂਕਿ ਜਦੋਂ ਆਇਲ ਜ਼ਿਆਦਾ ਕੀਮਤੀ ਹੋ ਗਿਆ ਉਹਨਾਂ ਦਾ। ਇਹ ਚੇਨ ਰਿਐਕਸ਼ਨ ਹੈ ਜੀ। ਸੋ ਟਰਕੀ ਦੇ ਪ੍ਰਾਈਮ ਮਿਨਿਸਟਰ ਦੀ ਗੱਲ ਠੀਕ ਹੈ ਕਿ ਚੇਨ ਰਿਐਕਸ਼ਨ ਦੇ ਨਾਲ ਕੱਲੀਆਂ ਤੁਸੀਂ ਗੈਸ ਪੰਪ ਤੇ ਹੀ ਨਹੀਂ ਕਹਿ ਸਕਦੇ ਕਿ ਸਾਡੀ ਗੈਸ ਵੱਧ ਗਈ ਹੈ, ਇਹਦੇ ਨਾਲ ਹੋਰ ਵੀ ਕੀਮਤਾਂ ਵੱਧ ਰਹੀਆਂ। ਉਹ ਕਹਿੰਦੇ ਕਿ ਜਿਹੜਾ ਸਿਆਸੀ ਲਾਭ ਆ ਉਹ ਤਾਂ ਹੋ ਰਿਹਾ ਆ ਅਮਰੀਕਾ ਵਾਲਿਆਂ ਨੂੰ ਤਾਂ ਵੈਸਟਰਨ ਕੰਟਰੀਜ਼ ਨੂੰ। ਇਹਨਾਂ ਨੇ ਹੀ ਉੱਥੇ ਪੰਗਾ ਪਾਇਆ, ਜਿਹੜਾ ਪਹਿਲਾਂ ਉਹਨਾਂ ਨੂੰ ਫੂਕ ਦਿੰਦੇ ਸੀ ਕਿ ਤੁਸੀਂ ਨੇਟੋ ਦੇ ਮੈਂਬਰ ਬਣੋ, ਹੁਣ ਉਹ ਕਹਿ ਰਿਹਾ ਵੀ ਨੇਟੋ ਦੇ ਮੈਂਬਰ ਨਹੀਂ ਬਣਨਾ। ਹੁਣ ਤਾਂ ਓਪਨਲੀ ਚਲੋ ਕਹਿ ਰਿਹਾ, ਪਰ ਇਹਨਾਂ ਨੇ ਉੱਥੇ ਲੜਾਈ ਤਾਂ ਪਾਤੀ ਨਾ ਉਹਨਾਂ ਦੀ। ਹਾਂਜੀ। ਹੁਣ ਉਹਨਾਂ ਨੂੰ ਹਥਿਆਰ ਦਿੰਦੇ ਨਹੀਂ, ਇਹ ਵੇਚਦੇ ਹੁੰਦੇ ਆ। ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਣਾ ਜਦੋਂ ਬਿੱਲ ਪੇਸ਼ ਕੀਤੇ ਉਹਨਾਂ ਨੂੰ ਕਿ ਇੰਨੇ ਬਿੱਲ ਆ, ਇਹ ਅਦਾ ਕਰੋ ਤੁਸੀਂ। ਤੇ
ਟਰਕੀ ਵਾਲਿਆਂ ਦਾ ਉਹਨਾਂ ਨੂੰ ਪਤਾ ਪਹਿਲਾਂ ਸਾਡੇ ਮਿਸਲਾਂ ਜਦੋਂ ਇਹਨਾਂ ਨੈਗੋਸ਼ੀਏਟ ਕੀਤਾ ਸੀ ਮਿਸਲਾਂ ਚੱਕ ਕੇ ਲੈ ਗਿਆ ਸੀ। ਜੇ ਬੰਦਾ ਮਰਾਉਣਾ ਆ ਤਾਂ ਇਹਨਾਂ ਤੋਂ ਸਿੱਖੇ ਕਿ ਸਾਡੀ ਸੁਰੱਖਿਆ ਲਈ ਤੁਸੀਂ ਕਿਊਬਾ ਤੋਂ ਮਿਸਲਾਂ ਕੱਢੋ, ਟਰਕੀ ਚੋਂ ਕੱਢ ਲੈਂਦੇ ਅਸੀਂ। ਪਹਿਲਾਂ ਟਰਕੀ ਵਾਲਿਆਂ ਨੂੰ ਨੇਟੋ ਦੇ ਮੈਂਬਰ ਬਣਾਇਆ, ਉਹਨਾਂ ਨੂੰ ਸੈੱਟ ਤਾਂ ਕਰਤਾ ਕਿ ਅਸੀਂ ਤੁਹਾਡੇ ਦੁਸ਼ਮਣ ਆ ਸੋਵੀਅਤ ਯੂਨੀਅਨ। ਪਰ ਉਸ ਤੋਂ ਬਾਅਦ ਦੁਸ਼ਮਣ ਦੇ ਜਿਹੜੀਆਂ ਮਿਸਲਾਂ ਲਾ ਕੇ ਆਏ ਸੀ, ਮਿਸਲਾਂ ਤਾਂ ਵੈਸਟ ਜਰਮਨੀ ਦੇ ਵਿੱਚ ਵੀ ਲਾਈਆਂ ਸੀ। ਹਾਂਜੀ, ਉਹ ਤਾਂ ਬਿਲਕੁਲ ਨਾਲ ਹੈ ਉਹਦੇ ਈਸਟ ਜਰਮਨੀ ਦੇ, ਇੱਕ ਕੰਧ ਸੀ ਉਹਨਾਂ ਦੇ ਵਿਚਕਾਰ ਬਰਲਿਨ ਦੇ ਵਿੱਚ। ਉਹਨਾਂ ਦੀਆਂ ਮਿਸਲਾਂ ਨਹੀਂ ਇਹਨਾਂ ਨੇ ਲਾਈਆਂ, ਟਰਕੀ ਵਾਲਿਆਂ ਦੀਆਂ ਲਾਈਆਂ। ਸੋ ਟਰਕੀ ਨੂੰ ਤਜਰਬਾ ਆ ਆਪਣਾ ਇਤਿਹਾਸਕ ਤੌਰ ਤੇ, ਅੱਜ ਤਾਈਂ ਉਹਨਾਂ ਨੂੰ ਯੂਰਪੀਅਨ ਯੂਨੀਅਨ ਦੇ ਮੈਂਬਰ ਨਹੀਂ ਬਣ ਦਿੱਤਾ। ਇਹ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਏਸ਼ੀਅਨ ਲੋਕ ਆ। ਹਾਲਾਂਕਿ ਇਤਿਹਾਸਕ ਤੌਰ ਤੇ ਆਰਥੋਡਾਕਸ ਚਰਚ ਵਾਲੇ, ਪਹਿਲਾਂ ਆਰਥੋਡਾਕਸ ਚਰਚ ਹੁੰਦਾ ਸੀ ਉੱਥੇ ਜ਼ਿਆਦਾ, ਉਹ ਹਮੇਸ਼ਾ ਟਰਕੀ ਨੂੰ ਯੂਰਪ ਦਾ ਹਿੱਸਾ ਮੰਨਦੇ ਹੁੰਦੇ ਸੀ। ਜੀ ਡਾਕਟਰ ਸਾਹਿਬ, ਹੁਣ ਇੱਕ ਹੋਰ ਵੀ ਨਿਊਜ਼ ਆ ਰਹੀ ਹੈਗੀ ਆ ਕਿ ਰਸ਼ੀਆ ਦੇ ਵਿੱਚ ਇੰਟਰਨੈਟ ਤੇ ਬੈਨ ਲੱਗ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਕਾਫੀ ਸਾਰੀਆਂ ਕਿਆਸ ਲਾਈਆਂ ਜਾ ਰਹੇ ਆ ਇਸ ਚੀਜ਼ ਦੇ ਉੱਪਰ, ਇਸ ਬਾਰੇ ਤੁਹਾਡਾ ਕੀ ਕਹਿਣਾ? ਇਹ ਵੀ ਉਹਨਾਂ ਸੈਂਕਸ਼ਨਸ ਦੇ ਵਿੱਚੋਂ ਆ ਰਿਹਾ ਜਿਨ੍ਹਾਂ ਨੂੰ ਲੱਗਦਾ ਕਿ ਸਾਨੂੰ ਨੁਕਸਾਨ ਨਾ ਹੋਵੇ ਪਰ ਉਹਨਾਂ ਨੂੰ ਨੁਕਸਾਨ ਹੋ ਜਾਵੇ। ਕਿ ਇੰਟਰਨੈਟ, ਹੁਣ ਜਦੋਂ ਇੰਟਰਨੈਟ ਦੀ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਇੱਕ ਇਨਫੋਰਮੇਸ਼ਨ ਏਜ ਜਿਹਨੂੰ ਕਿਹਾ ਜਾਂਦਾ। ਹਾਂਜੀ, ਇਹਨੂੰ ਕਹਿੰਦੇ ਆ ਕਿ ਹੁਣ ਦੁਨੀਆ ਜਿਹੜੀ ਆ ਗਲੋਬਲ ਵਿਲੇਜ ਬਣ ਗਿਆ ਜੀ, ਇੱਕ ਪਿੰਡ ਬਣ ਗਿਆ। ਅੱਗੇ ਬਿੱਟਾ ਜੀ ਗੱਲ ਕਰਦੇ ਸੀ ਕਿ ਨਹੀਂ, ਅੱਗੇ ਫੋਨ ਕਰਦੇ ਹੁੰਦੇ ਸੀ, $3 ਪੈਂਦੇ ਹੁੰਦੇ ਸੀ ਮਿੰਟ ਦੇ। ਹਾਂਜੀ, ਪਹਿਲਾਂ ਮੌਂਟਰੀਅਲ ਨੂੰ ਕਰਨੀ ਫੋਨ, ਉਹਨਾਂ ਨੇ ਰਿਜ਼ਰਵ ਕਰਨਾ ਤੇ 24 ਘੰਟੇ ਦਾ ਉਹ ਕਨੈਕਸ਼ਨ ਲੈਣ ਨੂੰ ਮਿਲ ਜਾਂਦੇ ਸੀ। ਫਿਰ ਉੱਥੇ ਫੋਨ ਵੀ ਹੁਣ $3 ਘੰਟੇ ਤੇ ਪੈਂਦੇ। ਕੀ ਕਰ ਸਕਦੇ ਆ? ਬਸ ਇਹੀ ਕਹਿ ਸਕਦੇ ਸੀ ਨਮਸਕਾਰ ਕਹਿਣਾ ਮਾਮੀ ਨੂੰ ਤੇ ਮੈਂ ਚਿੱਠੀ ਲਿਖੂੰਗਾ। ਹੁਣ ਆਹ ਸਿਸਟਮ ਬਣ ਗਿਆ, ਪਿੰਡਾਂ ਦੇ ਵਿੱਚ ਲੋਕੀ ਬੈਠੇ ਜਿਹੜੇ ਕਨੈਕਟਡ ਹੈ ਉਹ ਉੱਥੋਂ ਤੁਹਾਨੂੰ ਸਟੋਰੀ ਭੇਜ ਦਿੰਦੇ। ਸੋ ਇਹ ਨਵੀਂ ਗੱਲ ਹੋਈ ਹੈ। ਜਿਹੜੀਆਂ ਤਾਂ ਇੰਟਰਨੈਟ ਕੰਪਨੀਆਂ ਆ ਔਰ ਦੂਸਰੀਆਂ ਨਾਲ ਦੀਆਂ ਕੰਪਨੀਆਂ ਜੁੜੀਆਂ, ਜਿਨ੍ਹਾਂ ਨੂੰ ਦੀਦੇ ਆ ਕਿ ਰਸ਼ੀਆ ਦੇ ਵਿੱਚ ਸਿਰਫ ਪਿਊਟਨ ਹੀ ਨਹੀਂ, ਉੱਥੇ ਹੋਰ ਵੀ ਲੋਕ ਰਹਿੰਦੇ ਨੇ ਜੀ, ਤੇ ਉਹਨਾਂ ਨੂੰ ਮਾਰਕੀਟ ਕਿੱਦਾਂ ਕੀਤਾ ਜਾਵੇ ਪ੍ਰੋਡਕਟ, ਇਹ ਸਭ ਤੋਂ ਵੱਡੀ ਤਾਂ ਮਾਰਕੀਟਿੰਗ ਦੀ ਸਟ੍ਰੈਟਜੀ ਹੈ ਨਾ। ਅੱਜ ਕੱਲ ਜੇ ਮਾਰਕੀਟਿੰਗ ਕਰਨੀ ਹੈ ਇੰਟਰਨੈਟ ਤੇ, ਤੁਹਾਨੂੰ ਕੋਈ ਹੋਕਾ ਦੇਣ ਦੀ ਲੋੜ ਨਹੀਂ ਕਿਤੇ। ਤੁਸੀਂ ਇੰਟਰਨੈਟ ਤੇ ਪਾਉਂਦੇ ਆ ਤੇ ਉਹਦੇ ਤੇ ਲੋਕਾਂ ਤੋਂ ਪਹੁੰਚ ਜਾਂਦਾ। ਤੁਸੀਂ ਫੇਸਬੁੱਕ ਖੋਲਦੇ ਆ, ਤੁਸੀਂ ਕੋਈ ਵੀ ਪੇਜ ਖੋਲਦੇ ਆ, ਉਹ ਤੇ ਕਾਰਨਰ ਤੇ ਆ ਜਾਂਦਾ ਨਾ, ਗੋਭੀ ਸਾਡੇ ਤੋਂ ਲਓ ਜੀ। ਸੋ ਇਸ ਗੱਲ ਤੇ ਜਿਹੜੀਆਂ ਤਾਂ ਕੰਪਨੀਆਂ ਆ ਉਹ ਤਾਂ ਸੋਚ ਰਹੀਆਂ, ਉਹ ਕਹਿੰਦੇ ਕਿ ਨਹੀਂ, ਇਹ ਪਹਿਲੀ ਵਾਰ ਹੋਇਆ ਦੁਨੀਆ ਦੇ ਵਿੱਚ ਕਿ ਇੱਕ ਪਿੰਡ ਬਣ ਚੁੱਕਾ। ਹੁਣ ਪਿੰਡ ਦੀ ਮਾਰਕੀਟ ਹੁੰਦੀ ਜਿਹੜੀ ਹੈ ਉਹਨੂੰ ਤੋੜੋ ਨਾ। ਜੇ ਰਸ਼ੀਆ ਨੂੰ ਇਸ ਵੇਲੇ ਲੋੜ ਹੈ ਸਾਨੂੰ ਕਨੈਕਟ ਕਰਨ ਦੀ ਤਾਂ ਜ਼ਿਆਦਾ ਕਨੈਕਸ਼ਨ ਦੀ। ਦੂਸਰੇ ਪਾਸੇ ਰਸ਼ੀਆ ਨੇ ਆਪ ਵੀ ਐਕਚੁਅਲੀ ਉਹਨਾਂ ਨੇ 2019 ਦੇ ਵਿੱਚ ਇੱਕ ਲਾਅ ਪਾਸ ਕੀਤਾ ਸੀ ਇੰਟਰਨੈਟ ਬਾਰੇ, ਉਹਨੂੰ ਸੋਵਰਨਟੀ ਲਾਅ ਕਿਹਾ ਜਾਂਦਾ ਸੀ। ਜਿਹੜੀ ਸਾਡੀ ਪ੍ਰਭੂਸੱਤਾ ਆ ਉਹ ਖਤਰੇ ਵਿੱਚ ਆ, ਕਿਉਂਕਿ ਉਹ ਸੋਚਦੇ ਕਿ ਅਮਰੀਕਾ ਵਾਲੇ ਇੰਟਰਨੈਟ ਯੂਜ਼ ਕਰਕੇ, ਫੇਸਬੁੱਕ, ਸੋਸ਼ਲ ਮੀਡੀਆ ਯੂਜ਼ ਕਰਕੇ ਲੋਕਾਂ ਦੇ ਖਿਲਾਫ, ਮਤਲਬ ਪਿਊਟਨ ਦੇ ਖਿਲਾਫ ਲੋਕਾਂ ਨੂੰ ਖੜੇ ਕਰ ਸਕਦੇ ਆ। ਕਈਆਂ ਥਾਂ ਤੇ ਕਾਮਯਾਬ ਵੀ ਹੋਏ ਆ। ਤੇ ਸੋਸ਼ਲ ਮੀਡੀਆ ਯੂਜ਼ ਕਰਕੇ ਤੁਹਾਨੂੰ ਯਾਦ ਹੋਣਾ ਕਾਇਰੋ ਦੇ ਵਿੱਚ ਕਾਫੀ ਡੈਮੋਨਸਟ੍ਰੇਸ਼ਨ ਹੋ ਰਹੀਆਂ ਸੀ। ਹਾਂਜੀ, ਉਹ ਸਾਰੀਆਂ ਹੀ ਸੋਸ਼ਲ ਮੀਡੀਆ ਦੇ ਰਾਹੀਂ ਯੂਜ਼ ਕਰਕੇ ਕਰਵਾਈਆਂ ਗਈਆਂ। ਸੋ ਇਸ ਗੱਲ ਤੋਂ ਡਰਦਿਆਂ ਨੇ ਉਹਨਾਂ ਨੇ ਕਿਹਾ ਸੀ ਕਿ ਇੱਕ ਹੈਸ਼ਟੈਗ ਰਸ਼ੀਆ ਪਾਈ ਹੈ ਉਹਨਾਂ ਨੇ ਕਿ ਜੇ ਵੀ ਕੋਈ ਵੀ ਕਨੈਕਸ਼ਨ ਆਉਂਦਾ ਹੈ ਰਸ਼ੀਆ ਨੂੰ ਕਿਸੇ ਐਮਰਜੈਂਸੀ ਵੇਲੇ, ਅਸੀਂ ਉਹ ਸਾਰੀਆਂ ਲਿੰਕ ਜਿਹੜੇ ਆ ਉਹ ਹੈਸ਼ਟੈਗ ਰਸ਼ੀਆ ਨੂੰ ਭੇਜ ਦੇਣੇ। ਉਹ ਉੱਥੋਂ ਫਿਰ ਉਹ ਸਟੱਡੀ ਕਰਨਗੇ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਵੀ ਕਿਹੜੀਆਂ ਜਿਹੜੀਆਂ ਇੰਟਰਨੈਟ ਆ ਜਿਹੜੀਆਂ ਅਸੀਂ ਅਲਾਉ ਕਰਨੀਆਂ, ਕਿਹੜੀਆਂ ਨਹੀਂ ਕਰਨੀਆਂ। ਕਿਉਂਕਿ ਇਹ ਤਾਂ ਉਹ ਵੀ ਰੀਅਲਾਈਜ਼ ਕਰਦੇ ਆ ਰਸ਼ੀਆ ਵਾਲੇ ਵੀ ਕਿ ਕੁਛ ਇੰਟਰਨੈਟ ਸਾਈਟ ਆ ਜਿਹੜੀਆਂ ਸਾਨੂੰ ਜ਼ਰੂਰੀ ਆ ਤੇ ਕੁਛ ਇੰਟਰਨੈਟ ਸਾਈਟਸ ਆ ਜਿਹੜੀਆਂ ਸਾਡੇ ਲਈ ਬਿਲਕੁਲ ਪ੍ਰੋਪੇਗੈਂਡਾ ਹੈ। ਤਾਂ ਉਹ
ਪ੍ਰਾਪੇਗੰਡਾ ਵਾਲੀਆਂ ਨੂੰ ਜੁਦੀਆਂ ਕਰਨੀਆਂ ਚਾਹੁੰਦੇ ਆ, ਜਿਨ੍ਹਾਂ ਤੇ ਉਹਨਾਂ ਨੂੰ ਲੋੜ ਆ ਉਹ ਜੁਦੀਆਂ ਕਰਨੀਆਂ ਚਾਹੁੰਦੇ। ਹੁਣ ਇਹਨਾਂ ਦਾ ਮਤਲਬ ਹੈਗਾ ਕਿ ਅਸੀਂ ਬਿਲਕੁਲ ਉਹਨਾਂ ਨੂੰ ਡਿਸਕਨੈਕਟ ਕਰ ਦਈਏ ਤੇ ਇਹ ਇੱਕ ਇਕਨੋਮਿਕ ਤੌਰ ਤੇ ਉਹਨਾਂ ਨੂੰ ਨੁਕਸਾਨ ਸ਼ਾਇਦ ਪਹੁੰਚਾ ਸਕਦੇ ਜੀ। ਪਰ ਜਿਹੜੀਆਂ ਕੰਪਨੀਆਂ ਉਹ ਕਹਿੰਦੀਆਂ ਇਹਨਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਨੇ ਇੰਟਰਨਲੀ ਆਪਣਾ ਇੰਟਰਨੈਟ ਸਿਸਟਮ ਜਿਹੜਾ ਉਹ ਹੋਰ ਬਣਾਇਆ ਹੈ। ਜਿੱਦਾਂ ਤੁਸੀਂ ਚਾਈਨਾ ਵਾਲਿਆਂ ਨੇ ਕਦੇ ਵੀ, ਜਿੱਦਾਂ ਇੰਡੀਆ ਬਹੁਤ ਖੁਸ਼ ਹੁੰਦੇ ਸਾਡੇ ਕਿ ਇੰਗਲਿਸ਼ ਦੇ ਵਿੱਚ ਸੌਫਟਵੇਅਰ ਡਿਵੈਲਪ ਕਰਦੇ ਆ ਇੰਡੀਆ ਵਾਲੇ। ਇਹਦਾ ਫਾਇਦਾ ਵੀ ਆ ਵੈਸੇ, ਕਿਉਂਕਿ ਮਾਰਕੀਟ ਬਹੁਤ ਵੱਡੀ ਹੈ। ਹਾਂਜੀ। ਪਰ ਚਾਈਨਾ ਨੇ ਨਹੀਂ ਉਹ ਹੋਣ ਦਿੱਤੀ। ਚਾਈਨਾ ਨੇ ਜਿੰਨੀ ਵੀ ਜਿਹੜੀ ਸੌਫਟਵੇਅਰ ਤੇ ਹਾਰਡਵੇਅਰ ਤਾਂ ਉਹਨਾਂ ਤੋਂ ਪਹਿਲਾਂ ਹੀ ਸੀ, ਉਹ ਸੌਫਟਵੇਅਰ ਜਿੰਨਾ ਵੀ ਡਿਵੈਲਪ ਕਰਦੇ ਉਹ ਮੈਂਡਰਿਨ ਦੇ ਵਿੱਚ ਕਰਦੇ ਆ। ਮੈਂਡਰਿਨ ਦੇ ਵਿੱਚ ਹੀ ਫੇਸਬੁੱਕ ਚੱਲਦੀ ਹੈ, ਮੈਂਡਰਿਨ ਦੇ ਵਿੱਚ ਹੀ ਉਹਨਾਂ ਦਾ ਟਵਿੱਟਰ ਚੱਲਦਾ, ਮੈਂਡਰਿਨ ਦੇ ਵਿੱਚ ਹੀ ਉਹਨਾਂ ਦਾ ਇੰਸਟਾਗ੍ਰਾਮ ਚੱਲਦਾ, ਟਿਕਟੌਕ ਤੇ ਉਹਨਾਂ ਦਾ ਹੀ ਚਾਈਨਾ ਵਾਲਿਆਂ ਦਾ। ਹਾਂਜੀ। ਸੋ ਇਹ ਸਾਰੀਆਂ ਉਹਨਾਂ ਨੇ ਇਸ ਕਰਕੇ ਕੀਤੀਆਂ ਕਿ ਜੇ ਇੰਗਲਿਸ਼ ਦੇ ਵਿੱਚ ਸਾਰੀਆਂ ਸਾਈਟ ਕਰਤੀਆਂ ਤੇ ਇਹਨਾਂ ਨੇ ਤਾਂ ਲੋਕਾਂ ਨੂੰ ਭੜਕਾ ਦੇਣਾ। ਤੁਸੀਂ ਅੱਜ ਕੱਲ੍ਹ ਦੇਖਦੇ ਆ ਕਿ ਜਿਹੜਾ ਬੰਦਾ ਸਕੂਲ ਦੇ ਪਿੱਛੇ ਦੀ ਕੱਟਾ ਲੈ ਕੇ ਲੰਘਿਆ ਨਾ, ਉਹ ਪੱਤਰਕਾਰ ਬਣਿਆ ਹੈ। ਜੋ ਮਰਜ਼ੀ ਜਿਹੜੀ ਮਰਜ਼ੀ ਦਿਮਾਗ ਚ ਆਉਂਦੀ ਆ ਉਹ ਚੱਕ ਕੇ ਫੇਸਬੁੱਕ ਤੇ ਪਾਉਂਦੇ, ਸੋਸ਼ਲ ਮੀਡੀਆ ਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ। ਹਾਂਜੀ ਹਾਂਜੀ। ਬੰਦਾ ਸੋਚਦਾ ਕਿ ਇਹ ਬੰਦੇ ਨੇ ਕੀ ਸੋਚਿਆ, ਕਿਹੜੀ ਖਬਰ। ਜਿੱਦਾਂ ਪਿੰਡ ਦੇ ਵਿੱਚ ਪੁਰਾਣੇ ਜ਼ਮਾਨਿਆਂ 'ਚ ਅਮਲੀਆਂ ਦੀ ਗੱਲ ਹੁੰਦੀ ਸੀ ਕਿ ਅਮਲੀ ਆਪਣੀਆਂ ਖਿਆਲੀ ਗੱਲਾਂ ਕਰਦੇ ਰਹਿੰਦੇ ਆ। ਉਹ ਇੰਦਰਾ ਗਾਂਧੀ ਨੇ ਕਹਿੰਦੇ ਸਵਰਨ ਸਿੰਘ ਦੇ ਥੱਪੜ ਮਾਰਿਆ, ਮੈਂ ਸੁਣਿਆ। ਉਹ ਮਾਰਿਆ ਹੋਵੇ ਜਾਂ ਉਹਨੇ ਝੜਕਾ ਮਾਰਿਆ ਹੋਵੇ, ਕੀ ਗੱਲ ਕੀਤੀ ਕੀ ਨਹੀਂ ਕੀਤੀ, ਉਹ ਅਮਲੀ ਨੂੰ ਤਾਂ ਨਹੀਂ ਪਤਾ ਹੋਣਾ ਚਾਹੀਦਾ, ਕਿਉਂਕਿ ਉਹ ਤਾਂ ਦਿੱਲੀ ਬੈਠੇ ਨੇ। ਹਾਂਜੀ ਹਾਂਜੀ। ਉਹ ਗੱਲਾਂ ਜਿਹੜੀਆਂ ਹੁਣ ਫੇਸਬੁੱਕ ਤੇ ਦੁਨੀਆ ਪੜ੍ਹਦੀ ਹੈ ਜੀ। ਅੱਗੇ ਤਾਂ ਹੁੰਦਾ ਸੀ ਇੱਕ ਛੋਟੇ ਪਿੰਡ ਦਾ ਅਮਲੀ ਕਹਿ ਰਿਹਾ ਕਿ ਇਹ ਗੱਲ ਹੋ ਗਈ ਆ, ਉਹ ਸੁਣਿਆ ਹੁਣ ਪਾਕਿਸਤਾਨ ਵਾਲੇ ਅੰਮ੍ਰਿਤਸਰ ਆ ਗਏ ਆ, ਰਾਈਟ। ਅੱਗੇ ਤਾਂ ਗੱਲ ਸੀਗੀ ਸੀਮਤ ਉੱਥੇ ਪਿੰਡ ਤਾਈਂ। ਹੁਣ ਉਹੋ ਹੀ ਅਮਲੀ ਉੱਠ ਕੇ ਫੇਸਬੁੱਕ ਤੇ ਪਾ ਰਹੇ। ਫੇਸਬੁੱਕ ਤੇ ਮੈਂ ਪੜ੍ਹਨਾ ਹੀ ਛੱਡ ਦਿੱਤਾ, ਕਿਉਂਕਿ ਉਹ ਜਿਹੜੀ ਜੋ ਕੁਝ ਤੁਹਾਨੂੰ ਡਿਸਟ੍ਰੈਸ ਹੁੰਦੀ ਆ ਫੇਸਬੁੱਕ ਪੜ੍ਹ ਕੇ, ਉਹ ਵੀ ਸਾਈਕੋਲੋਜੀਕਲੀ ਬਹੁਤ ਮਾੜੀ ਹੈ ਤੁਹਾਡੇ ਲਈ ਜੀ। ਬਿਲਕੁਲ। ਤੁਸੀਂ ਇੰਨੀਆਂ ਗੱਲਾਂ ਪੜ੍ਹਦੇ ਆ, ਉਹਨਾਂ ਨੂੰ ਕੋਈ ਵੈਰੀਫਾਈ ਕਰਨ ਵਾਲਾ ਹੈ ਨਹੀਂ। ਜੇ ਕੋਈ ਅਖਬਾਰ ਵਾਲਾ ਲਿਖਦਾ ਆ ਉਹਨੂੰ ਤਾਂ ਕੋਰਟ 'ਚ ਲੈ ਜਾਂਦੇ ਆ। ਹਾਂਜੀ। ਉਹ ਜੇ ਕੋਈ ਟੀਵੀ ਤੇ ਕੁਝ ਕਹਿੰਦੇ ਆ, ਭਾਵੇਂ ਕਿ ਹਾਲੇ ਕਿ ਬਹੁਤ ਪ੍ਰੋਪੇਗੈਂਡਾ ਚੱਲਦਾ ਹੈ ਇੱਥੇ, ਜਿਹੜਾ ਕਿ ਚੱਲੀ ਜਾਂਦਾ ਆ, ਪਰ ਫਿਰ ਵੀ ਉਹਨਾਂ ਨੂੰ ਡਰ ਹੁੰਦਾ ਕਿ ਜੇ ਅਸੀਂ ਆਹ ਗੱਲ ਲਿਖ ਦਿੱਤੀ ਕਿਸੇ ਦੇ ਖਿਲਾਫ, ਇਹਦੇ ਤੇ ਸਾਨੂੰ ਕੋਰਟ ਦੇ ਵਿੱਚ ਲੈ ਜਾਣਾ ਜੀ। ਕੌਨਸੀਕੁਐਂਸਿਸ ਦਾ ਡਰ ਤਾਂ ਹੁੰਦਾ, ਸਿੱਟਿਆਂ ਦਾ ਡਰ ਹੈ ਨਾ। ਹਾਂਜੀ। ਜੇ ਬੱਚਾ ਖੇਲਦਾ ਆ, ਉਹਨੂੰ ਪਤਾ ਹੁੰਦਾ ਵੀ ਪਿਓ ਨੇ ਆਉਣਾ ਤਾਂ ਉਹਨੂੰ ਥੱਪੜ ਛੱਡ ਦੇਣਾ ਇੱਥੇ। ਪਰ ਜੇ ਉਹਨੂੰ ਪਤਾ ਹੋਵੇ ਮੈਨੂੰ ਕੁਝ ਕਹਿਣ ਜੋਗਾ ਹੀ ਨਹੀਂ ਕੋਈ, ਤੇ ਉਹ ਸਾਡੇ ਸੋਸ਼ਲ ਮੀਡੀਆ ਦਾ ਹੱਥ ਹੋ ਚੁੱਕਾ ਹੈ ਜੀ। ਕਿਉਂਕਿ ਹੁਣ ਤਾਂ ਹਰ ਇੱਕ ਨੇ YouTube ਤੇ ਵੀ ਆਪਣੇ ਆਪਣੇ ਚੈਨਲ ਸ਼ੁਰੂ ਕੀਤੇ ਹੋਏ ਆ ਤੇ ਨਾਂ ਵੀ ਨਿਊਜ਼ ਦੇ ਨਾਲ ਰਿਲੇਟਡ ਰੱਖ ਦਿੰਦੇ ਆ। ਨਿਊਜ਼ ਦੇਖੋ ਹੈ ਨਾ, ਇਹਨਾਂ ਨੇ ਕਿਹੜੀ ਪੱਤਰਕਾਰ ਕੀਤੀ ਹੈ, ਕਿਹੜੀ ਪੜ੍ਹਾਈ ਕੀਤੀ ਹੈ ਵੀ ਜਿਹੜੀਆਂ ਨਿਊਜ਼ ਇਕੱਠੀਆਂ ਕਰਦੇ ਆ ਦੁਨੀਆ ਦੇ ਵਿੱਚੋਂ। ਆਪਣੇ ਕੋਲੋਂ ਹੀ ਚਾਹ ਦਾ ਕੱਪ ਪੀ ਕੇ ਨਿਊਜ਼ ਬਣਾਈ ਜਾਣੀ। ਚਲੋ ਕੁਛ ਗੱਲਾਂ ਜਿਹੜੀਆਂ ਬਿਹਤਰ ਵੀ ਹੋਈਆਂ, ਜਿਵੇਂ ਤੁਸੀਂ ਦੇਖਦੇ ਆ ਉੱਥੇ ਕੁਕਿੰਗ ਚੈਨਲ ਵੱਖਰੇ ਵੱਖਰੇ, ਕੋਈ ਸਾਇੰਟਿਫਿਕ ਗੱਲਾਂ ਦੱਸਦਾ ਤੁਹਾਨੂੰ, ਕੋਈ ਇਤਿਹਾਸ ਬਾਰੇ ਦੱਸਦਾ ਆ, ਇਹ ਚੰਗੀਆਂ ਗੱਲਾਂ ਵੀ ਹੈ। ਹਾਂਜੀ। ਹੁਣ ਚੰਗੀਆਂ ਦੇ ਨਾਲ ਮਾੜੀਆਂ ਵੀ ਆਉਂਦੀਆਂ ਹੈ, ਤੇ ਇਹ ਉਹਨਾਂ ਨੂੰ ਰਸ਼ੀਆ ਵਾਲਿਆਂ ਨੂੰ ਕੀ ਫਾਇਦਾ ਹੋਣਾ, ਕੀ ਨੁਕਸਾਨ ਹੋਣਾ, ਕੰਪਨੀਆਂ ਵਾਲਿਆਂ ਨੂੰ ਜ਼ਰੂਰ ਫਿਕਰ ਪਿਆ ਆ ਕਿ ਜੇ ਇੱਕਦਮ ਇਹਨਾਂ ਨੇ ਬੰਦ ਕਰ ਦਿੱਤਾ, ਸਾਡੀ ਜਿਹੜੀ ਮਾਰਕੀਟਿੰਗ ਸਟ੍ਰੈਟਜੀ ਆ ਉਹ ਤਾਂ ਖਤਮ ਹੋ ਜਾਊਗੀ ਜੀ। ਬਿਲਕੁਲ। ਜਿਹੜੇ ਸਰਕਾਰ ਨੂੰ ਰਸ਼ੀਆ ਦੀ ਨੂੰ ਕੋਈ ਫਾਇਦਾ ਹੋਵੇ ਜਾਂ ਨੁਕਸਾਨ ਹੋਵੇ, ਉਹਨਾਂ ਨੂੰ ਕੋਈ ਕੰਸਰਨ ਨਹੀਂ, ਉਹਨਾਂ ਨੂੰ ਤਾਂ ਆਪਣੇ ਬਟੂਏ ਦੇ ਨਾਲ ਆ ਜੀ। ਬਿਲਕੁਲ ਤੁਸੀਂ ਸਹੀ ਕਿਹਾ। ਤੇ ਡਾਕਟਰ ਸਾਹਿਬ ਹੁਣ ਟਾਈਮ ਹੋ ਗਿਆ ਅੱਜ ਦੇ ਵਿਚਾਰ ਦਾ, ਆਪਣੇ ਸਰੋਤਿਆਂ ਨੂੰ ਅੱਜ ਦੇ ਵਿਚਾਰ ਤੋਂ ਜਾਣੂ ਕਰਵਾਓ ਜੀ। ਅੱਜ ਦਾ ਵਿਚਾਰ ਹੈ ਜੀ, ਜੇ ਕੋਈ ਬੰਦਾ ਦਰ ਅਸਲ ਕਹਿ ਕੇ ਗੱਲ ਸ਼ੁਰੂ ਕਰੇ, ਉਹਨੇ ਝੂਠ ਬੋਲਣਾ ਹੁੰਦਾ।
ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਤੁਹਾਡੇ ਨਾਲ ਮੁਲਾਕਾਤ ਹੋਏਗੀ ਜੀ ਕੱਲ ਨੂੰ ਸਵੇਰੇ ਫੇਰ, ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਸਾਨੂੰ ਇੱਕ ਕਹਾਣੀ ਵੀ ਸੁਣਾਉਣਗੇ। ਇਸ ਲਈ ਤੁਸੀਂ ਯਾਦ ਦੇ ਨਾਲ ਟਿਊਨ ਇਨ ਕਰ ਲੈਣਾ 11:10 AM ਠੀਕ 7 ਵਜੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।